ਡਾਕਟਰ ਦਲੀਪ ਕੌਰ ਟਿਵਾਣਾ ਦਾ ਨਾਵਲ ਲੰਮੀ ਉਡਾਰੀ ਦਾ 8ਵਾਂ ਅੰਗ। ਮੈਂ ਸ਼ਰਫ ਨੂੰ ਫੋਨ ਕਰ ਦਿੱਤਾ ਸੀ ਵੀ ਅਸੀਂ ਆ ਰਹੇ ਹਾਂ ਕੋਵੈਂਟਰੀ। ਲੰਡਨ ਤੋਂ ਤੁਰਨ ਵੇਲੇ ਹਰਚੰਦ ਨੇ ਦੱਸਿਆ। ਪਰ ਆਪਾਂ ਤਾਂ ਸਟ੍ਰੈਟਫੋਰਡ ਜਾਣਾ, ਸ਼ੇਕਸਪੀਅਰ ਦੇ ਸ਼ਹਿਰ। ਮੈਂ ਪੁੱਛਿਆ। ਸਟ੍ਰੈਟਫੋਰਡ ਕੋਵੈਂਟਰੀ ਦੇ ਕੋਲ ਹੀ ਹੈ, ਹਰਚੰਦ ਦੀ ਥਾਂ ਨੀਰਜਾ ਨੇ ਦੱਸਿਆ। ਤੇ ਦੁਪਹਿਰ ਤੱਕ ਅਸੀਂ ਕੋਵੈਂਟਰੀ ਸ਼ਰਫ ਹੋਰਾਂ ਕੋਲ ਪਹੁੰਚ ਗਏ। ਸ਼ਰਫ ਕਾਸਾ ਪੜ੍ਹਿਆ ਬੰਦਾ ਹੈ, ਪੱਗ ਬੰਨ੍ਹਦਾ ਹੈ ਤੇ ਬੱਚਿਆਂ ਦੇ ਵੀ ਕੇਸ ਰੱਖੇ ਹੋਏ ਨੇ। ਘਰ ਮਾਂ ਹੈ, ਪਿਓ ਹੈ, ਵਹੁਟੀ ਹੈ। ਉਹ ਬੱਸਾਂ 'ਤੇ ਕੰਮ ਕਰਦਾ ਹੈ, ਕਵਿਤਾ ਵੀ ਲਿਖਦਾ ਹੈ। ਉਹਨਾਂ ਦਿਨਾਂ 'ਚ ਤਾਂ ਭੈਣ ਜੀ ਪੱਗ ਵਾਲੇ ਬੰਦੇ ਨੂੰ ਇੰਨਾ ਕੁ ਕੰਮ ਮਿਲ ਜਾਣਾ ਵੀ ਗਨੀਮਤ ਸੀ, ਉਹਨੇ ਦੱਸਿਆ। ਇੰਨੀ ਅਗਾਂਹ ਵਧੂ ਹੋ ਕੇ ਵੀ ਇਹ ਲੋਕ ਨਹੀਂ, ਇਹ ਬੜੀਆਂ ਗੱਲਾਂ ਵਿੱਚ ਬੜੇ ਕੰਜ਼ਰਵੇਟਿਵ ਨੇ। ਫਿਰ ਜੀ ਕਿਵੇਂ ਲੱਗਦਾ ਤੁਹਾਡਾ ਇੱਥੇ ਇਹੋ ਜਿਹੇ ਲੋਕਾਂ 'ਚ? ਬਸ ਰੁਜ਼ਗਾਰ ਖਾਤਰ ਧੱਕੇ ਨੇ। ਕਦੇ ਤੁਰਿਆ ਜਾਂਦਾ ਕੋਈ ਗੋਰਾ ਮਾੜਾ ਬੋਲ ਬੋਲ ਕੇ ਲੰਘ ਜਾਂਦਾ ਹੈ, ਜਾਂ ਕੋਈ ਬੁੱਢੀ ਮੇਮ ਬੁੱਲ ਕੱਢ ਲੈਂਦੀ ਹੈ ਤਾਂ ਮਰਨ ਹੋ ਜਾਂਦਾ। ਮੈਂ ਤਾਂ ਸੋਚਦਾ ਬੱਚੇ ਜ਼ਰਾ ਵੱਡੇ ਹੋ ਜਾਣ, ਇਹਨਾਂ ਨੂੰ ਸੈਟਲ ਕਰਕੇ ਦੇਸ ਮੁੜ ਜਾਣਾ, ਕਿਸੇ ਪਹਾੜ 'ਤੇ ਛੋਟਾ ਜਿਹਾ ਘਰ ਪਾ ਲੈਣਾ ਤੇ ਬਸ ਲਿਖਿਆ ਪੜ੍ਹਿਆ ਕਰਨਾ। ਸ਼ਰਫ ਨੂੰ ਮੈਂ ਕੁਝ ਨਾ ਆਖਿਆ, ਪਰ ਮੈਨੂੰ ਯਾਦ ਆਇਆ ਇਹੀ ਗੱਲ ਹਰਚੰਦ ਆਖਦਾ ਹੁੰਦਾ ਹੈ। ਇਹੀ ਗੱਲ ਮੋਹਨ ਕੁੱਕੜ ਪਿੰਡੀਏ ਨੇ ਆਖੀ ਸੀ। ਇਹੀ ਗੱਲ ਗਿਆਨੀ ਜੀ ਨੇ ਵੀ ਕਹੀ। ਪਰ ਮੈਨੂੰ ਪਤਾ ਹੈ ਇਹਨਾਂ ਵਿੱਚੋਂ ਕਿਸੇ ਨੇ ਵੀ ਦੇਸ਼ ਨੂੰ ਨਹੀਂ ਮੁੜ ਸਕਣਾ। ਜਿੱਥੇ ਵੀ ਰਹੋ ਧਰਤੀ ਮੋਹ ਪਾ ਲੈਂਦੀ ਹੈ, ਤੇ ਜਿਹੜੇ ਭਾਵੁਕ ਹੋ ਕੇ ਚਲੇ ਵੀ ਜਾਂਦੇ ਨੇ ਉਹ ਵੀ ਸਾਲ 6 ਮਹੀਨਿਆਂ ਮਗਰੋਂ ਦੁਖੀ ਜਿਹੇ ਹੋ ਕੇ ਮੁੜ ਆਉਂਦੇ ਨੇ। ਪਰ ਤੁਹਾਡੇ ਵਾਲਾ ਹੀ ਹਾਲ ਫਿਰ ਬੱਚਿਆਂ ਦਾ ਵੀ ਹੋਊ? ਮੈਂ ਪੁੱਛਿਆ। ਨਹੀਂ, ਇੱਥੋਂ ਦੇ ਜੰਮਪਲ ਬੱਚਿਆਂ ਨੂੰ ਹਿੰਦੁਸਤਾਨ ਦੀ ਧਰਤੀ ਖੋਹ ਨਹੀਂ ਪਾਉਂਦੀ। ਉਹ ਗੋਰਿਆਂ ਦੇ ਬੱਚਿਆਂ ਨਾਲ ਹੀ ਪੜ੍ਹਦੇ ਖੇਡਦੇ ਤੇ ਵੱਡੇ ਹੁੰਦੇ, ਕਿਸੇ ਗੱਲੋਂ ਆਪਣੇ ਆਪ ਨੂੰ ਘੱਟ ਨਹੀਂ ਸਮਝਦੇ ਤੇ ਨਾ ਹੀ ਉਹਨਾਂ ਲਈ ਬੋਲੀ ਦੀ ਸਮੱਸਿਆ ਰਹਿ ਜਾਂਦੀ ਹੈ। ਇਸ ਕਰਕੇ ਉਹ ਇੱਥੇ ਆਰਾਮ ਨਾਲ ਰਹਿਣਗੇ। ਉਹ ਤਾਂ ਜੇ ਗੋਰਾ ਇੱਕ ਗਾਲ ਕੱਢਦਾ ਅੱਗੋਂ 4 ਸੁਣਾਉਂਦੇ ਨੇ, ਤੇ ਸਾਡੇ ਵਰਗਿਆਂ ਨੂੰ ਅੰਗਰੇਜ਼ੀ 'ਚ ਗਾਲ ਹੀ ਨਹੀਂ ਆਉੜਦੀ, ਤੇ ਜਿਹੜਾ ਅਗਲਾ ਕੱਢਦਾ ਹੁੰਦਾ ਉਹੀ ਮੋੜ ਕੇ ਕੱਢੀ ਜਾਈਦੀਆਂ ਨੇ। ਬਹੁਤੀ ਗੱਲ ਹੋਊ ਅਗਲਾ ਅਖੀਰ 'ਚ ਮੋਟੀ ਜੀ ਗਾਲ ਪੰਜਾਬੀ 'ਚ ਕੱਢ ਦੂ, ਜਿਸ ਦੀ ਗੋਰੇ ਨੂੰ ਸਮਝ ਨਹੀਂ ਲੱਗਦੀ, ਸ਼ਰਫ ਨੇ ਦੱਸਿਆ। ਨਹੀਂ ਭੈਣ ਜੀ, ਕੌਣ ਮੁੜਦਾ ਇੱਥੋਂ? ਸਭ ਆਖਣ ਦੀਆਂ ਗੱਲਾਂ ਨੇ, ਮੁੜਿਆ ਜਾਂਦਾ ਹੀ ਨਹੀਂ। ਦੇਖੋ ਨਾ, ਇੱਥੇ ਅਨਪੜ੍ਹ ਔਰਤ ਵੀ ਫੈਕਟਰੀ 'ਚ ਕੰਮ ਕਰਕੇ ਹਫ਼ਤੇ ਦੇ 20-25 ਪਾਉਂਡ ਕਮਾ ਲੈਂਦੀ ਹੈ, ਤੇ ਉੱਥੇ ਹਿੰਦੁਸਤਾਨ 'ਚ ਚੰਗੇ ਭਲੇ ਪੜ੍ਹੇ ਲਿਖਿਆਂ ਨੂੰ ਨੌਕਰੀ ਨਹੀਂ ਮਿਲਦੀ। ਮੇਰਾ ਭਰਾ 32 ਜਮਾਤਾਂ ਪੜ੍ਹਿਆ ਵਿਹਲਾ ਫਿਰਦਾ, ਸ਼ਰਫ ਦੀ ਵਹੁਟੀ ਨੇ ਦੱਸਿਆ। 32 ਜਮਾਤਾਂ? ਮੈਂ ਪੁੱਛਿਆ। ਆਹੋ, ਪਹਿਲਾਂ 1 MA, ਫਿਰ ਦੂਜੀ ਕੀਤੀ। ਮੈਂ ਤਾਂ ਇਹਨਾਂ ਨੂੰ ਆਖਦੀ ਹਾਂ ਇੱਥੇ ਹੀ ਸੱਦ ਲਓ। ਮਰਦ ਮੰਗੇਤਰ ਮੰਗਵਾਉਣ ਦੀ ਖੁੱਲ੍ਹ ਤਾਂ ਹੁਣ ਹੋ ਹੀ ਗਈ ਹੈ। ਕੋਈ ਚੰਗੀ ਜੀ ਕੁੜੀ ਦੇਖ ਕੇ ਸ਼ਰਫ ਦੀ ਵਹੁਟੀ ਨੇ ਪਹਿਲੇ ਮੇਰੇ ਤੇ ਫਿਰ ਸ਼ਰਫ ਵੱਲ ਝਾਕ ਕੇ ਕਿਹਾ। ਪਰ ਚੰਗੀ ਕੁੜੀ ਹੁਣ ਲੱਭਣ ਕਿੱਥੋਂ ਜਾਈਏ ਭੈਣ ਜੀ? ਇੱਥੇ ਪਲੀਆਂ ਕੁੜੀਆਂ ਨੂੰ ਹੁਣ ਜਿਹਨੂੰ ਮਰਜ਼ੀ ਦੇਸੋਂ ਸੱਦ ਕੇ ਨਰੜ ਨਹੀਂ ਸਕਦੇ। ਉਹ ਮਰਜ਼ੀ ਨਾਲ ਵਿਆਹ ਕਰਦੀਆਂ ਨੇ, ਨਹੀਂ ਤਾਂ ਘਰੋਂ ਭੱਜ ਜਾਂਦੀਆਂ ਨੇ। ਕਰਨ ਵੀ ਕਿਉਂ ਨਾ, ਉਹਨੇ ਤਾਂ ਅੰਗਰੇਜ਼ ਕੁੜੀਆਂ ਨੂੰ ਦੇਖਦੀਆਂ ਨੇ। ਸ਼ਰਫ ਬੋਲਿਆ। ਭੈਣ ਜੀ ਨੂੰ ਰਾਤ ਨੂੰ ਵਿਖਾ ਕੇ ਲਿਆਇਓ, ਜਦੋਂ 10:30 ਵਜੇ ਪੱਬ ਬੰਦ ਹੁੰਦੇ ਨੇ, ਫਿਰ ਪਤਾ ਲੱਗੂ ਇਹਨਾਂ ਨੂੰ ਇੱਥੋਂ ਦੇ ਮੁੰਡੇ ਕੁੜੀਆਂ ਦਾ ਹਾਲ। ਸ਼ਰਫ ਦੀ ਵਹੁਟੀ ਬੋਲੀ। ਤੁਹਾਨੂੰ ਕੀ ਦੱਸਾਂ ਭੈਣ ਜੀ, ਸ਼ਰਫ ਦੀ ਵਹੁਟੀ ਆਖਦੀ ਗਈ। ਜਵਾਨ ਕੁੜੀਆਂ ਨੇ ਸ਼ਰਾਬ ਪੀਤੀ ਹੋ, ਸਿਗਰਟਾਂ ਪੀਂਦੀਆਂ ਹੋਣਗੀਆਂ, ਡਿੱਗਦੀਆਂ ਫਿਰਦੀਆਂ ਹੁੰਦੀਆਂ ਨੇ। ਕਈ ਤਾਂ ਅਜਿਹੀਆਂ ਹੁੰਦੀਆਂ ਨੇ ਜਿਹੜੀਆਂ ਘਰ ਛੱਡ ਆਈਆਂ ਹੁੰਦੀਆਂ ਨੇ, ਤੇ ਰਾਤ ਰਹਿਣ ਲਈ ਕੋਈ ਥਾਂ ਨਹੀਂ ਹੁੰਦੀ, ਫਿਰ ਲੱਭਦੀਆਂ ਨੇ ਵੀ ਰਾਤ ਲਈ ਕੋਈ ਲੈ ਜਾਵੇ। ਹੈਂ? ਮੈਂ ਹੈਰਾਨ ਹੋ ਕੇ ਕਿਹਾ। ਇਸੇ ਤਰ੍ਹਾਂ ਮੁੰਡੇ ਹੁੰਦੇ ਨੇ ਜਿਨ੍ਹਾਂ ਕੋਲ ਕਾਰ ਤਾਂ ਹੁੰਦੀ ਹੈ ਪਰ ਘਰ ਨਹੀਂ ਹੁੰਦਾ। ਉਹ ਕਾਰ 'ਚ ਪਿਛਲੀ ਸੀਟ ਖੋਲ੍ਹ ਕੇ ਰਾਤ ਨੂੰ ਸੌਂ ਰਹਿੰਦੇ ਨੇ। ਪਬਲਿਕ ਪਲੇਸਿਸ 'ਤੇ ਨਹਾ ਧੋ ਲੈਂਦੇ ਨੇ, ਕਿਉਂਕਿ ਕੰਮ 'ਤੇ ਜਾਣ ਲਈ ਤੇ ਕੁੜੀ ਨੂੰ ਲੈ ਕੇ ਜਾਣ ਲਈ ਕਾਰ ਤਾਂ ਜ਼ਰੂਰੀ ਹੋਈ ਨਾ। ਤੇ ਜੇ ਅਗਲਾ ਬਿਮਾਰ ਹੋ ਜਾਏ? ਮੈਂ ਪੁੱਛਿਆ। ਇਹ ਜ਼ਿੰਮੇਵਾਰੀ ਸਰਕਾਰ ਦੀ ਹੈ। ਹਸਪਤਾਲ ਨੂੰ ਟੈਲੀਫੋਨ ਕਰ ਦਿਓ, ਆਪੇ ਆ ਕੇ ਲੈ ਜਾਣਗੇ, ਆਪੇ ਤੁਹਾਨੂੰ ਸੰਭਾਲਣਗੇ, ਆਪੇ ਦਵਾਈਆਂ ਦੇਣਗੇ, ਤੇ ਸੋਸ਼ਲ ਸਿਕਿਉਰਿਟੀ ਵਾਲੇ ਉਹਨਾਂ ਚਿਰ ਤੁਹਾਨੂੰ ਪੈਸੇ ਦਿੰਦੇ ਰਹਿਣਗੇ ਜਿੰਨਾ ਚਿਰ ਤੁਸੀਂ ਕੰਮ 'ਤੇ ਨਾ ਜਾ ਸਕੇ। ਇਸੇ ਤਰ੍ਹਾਂ ਜਿਹਨਾਂ ਕੁਆਰੀਆਂ ਕੁੜੀਆਂ ਦੇ ਬੱਚੇ ਹੋ ਜਾਂਦੇ ਨੇ, ਗੌਰਮੈਂਟ ਮਾਂ ਦਾ ਬੱਚੇ ਦਾ ਸਾਰਾ ਖਰਚਾ ਦਿੰਦੀ ਹੈ। ਸ਼ਰਫ ਦੀ ਵਹੁਟੀ ਦੱਸਦੀ ਗਈ। ਇੰਨੀ ਸਿਆਣੀ ਕੌਮ ਦੇ ਮੁੰਡੇ ਕੁੜੀਆਂ ਦਾ ਇਹ ਹਾਲ ਕਿਉਂ ਹੋ ਜਾਂਦਾ ਹੈ? ਮੈਂ ਪੁੱਛਿਆ। ਅਸਲ 'ਚ ਬਚਪਨ ਵਿੱਚ ਹੀ ਇਹ ਲੋਕ ਪੈਰੋਂ ਉਖੜ ਜਾਂਦੇ ਨੇ। 5 ਦਿਨ ਮਾਂ ਵੀ ਕੰਮ 'ਤੇ ਜਾਂਦੀ ਹੈ, ਪਿਓ ਵੀ, ਤੇ ਬੱਚੇ ਸਕੂਲ ਜਾਂਦੇ ਨੇ। ਵੀਕਐਂਡ 'ਤੇ ਮਾਂ ਨੇ ਵੀ ਪੱਬ 'ਚ ਜਾ ਕੇ ਸ਼ਰਾਬ ਪੀਤੀ ਹੁੰਦੀ ਹੈ, ਤੇ ਪਿਓ ਨੇ ਵੀ। ਬੱਚਿਆਂ ਦਾ ਖਿਆਲ ਕਿਹੜੇ ਵੇਲੇ ਰੱਖਣ? ਜਿੰਨੀ ਦੇਰ ਬੱਚਾ ਛੋਟਾ ਹੁੰਦਾ ਬੜੀ ਚੰਗੀ ਸਿਹਤ ਹੁੰਦੀ ਹੈ, ਤੇ ਜਦੋਂ 4 ਕੁ ਸਾਲਾਂ ਦਾ ਹੋ ਕੇ ਸਕੂਲ ਜਾਣ ਲੱਗ ਪਿਆ, ਮਾਂ ਕੰਮ 'ਤੇ ਜਾਣ ਲੱਗ ਪਈ, ਫਿਰ ਉਹਦਾ ਰੱਬ ਹੀ ਰੱਖ। ਹੋਰ ਹੈ, ਇੱਥੇ ਬੱਚੇ ਨੂੰ ਤੁਸੀਂ ਮਾਰ ਬਿਲਕੁਲ ਨਹੀਂ ਸਕਦੇ। ਮਾਰੋਗੇ ਪੁਲਿਸ ਆ ਜਾਏਗੀ ਤੇ ਬੱਚੇ ਨੂੰ ਤੁਹਾਡੇ ਕੋਲੋਂ ਲੈ ਜਾਣਗੇ। ਤੇ ਕਈ ਵਾਰੀ ਇਹ ਹੁੰਦਾ ਹੈ ਕਿ ਕਿਸੇ ਦੀ ਮਾਂ ਛੱਡ ਕੇ ਕਿਸੇ ਹੋਰ ਆਦਮੀ ਨਾਲ ਤੁਰ ਗਈ ਹੁੰਦੀ ਹੈ,
ਕਿਸੇ ਦਾ ਪਿਓ ਛੱਡ ਕੇ ਕਿਸੇ ਹੋਰ ਤੀਵੀਂ ਨਾਲ ਤੁਰ ਗਿਆ ਹੁੰਦਾ। ਇਉਂ ਬ੍ਰੋਕਨ ਹੋਮਸ ਦੇ ਬੱਚੇ ਇਮੋਸ਼ਨਲੀ ਉਲਾਰ ਹੋ ਜਾਂਦੇ ਨੇ, ਸ਼ਰਫ ਦੀ ਵਹੁਟੀ ਦੱਸਦੀ ਗਈ। ਅਤੇ ਇੱਥੇ ਲੋਕ ਸਾਡੇ ਵਾਂਗ ਨਹੀਂ ਬੱਚਿਆਂ ਦੀ ਪਰਵਾਹ ਕਰਦੇ। ਜ਼ਰਾ ਵੱਡੇ ਹੋ ਕੇ ਵੀ ਜੇ ਮੁੰਡੇ ਜਾਂ ਕੁੜੀ ਨੇ ਮਾਪਿਆਂ ਕੋਲ ਵੀ ਰਹਿਣ ਤਾਂ ਉਹਨਾਂ ਨੂੰ ਮਾਪਿਆਂ ਨੂੰ ਆਪਣੀ ਰੋਟੀ ਦਾ ਖਰਚ ਅਤੇ ਕਮਰੇ ਦਾ ਕਿਰਾਇਆ ਦੇਣਾ ਪਊ। ਇੱਥੇ ਤਾਂ ਬੱਚੇ ਜੇ 2-4 ਦਿਨ ਲਈ ਕਦੇ ਮਾਪਿਆਂ ਕੋਲ ਜਾਣਾ ਚਾਹੁਣ ਤਾਂ ਪਹਿਲੇ ਪੁੱਛਣਗੇ ਕਿ ਆ ਜਾਈਏ, ਅਤੇ ਫਿਰ ਉਨੇ ਦਿਨ ਦੇ ਖਰਚ ਦੇ ਪੈਸੇ ਦੇ ਕੇ ਆਉਣਗੇ। ਸ਼ਰਫ ਦੀ ਵਹੁਟੀ ਦੱਸਦੀ ਗਈ। ਕਾਹਦੇ ਰਿਸ਼ਤੇ ਨੇ ਫਿਰ? ਮੈਂ ਕਿਹਾ, ਤੁਸੀਂ ਇੰਡੀਆ ਤੋਂ ਜਦੋਂ ਮੈਨੂੰ ਚੀਜ਼ਾਂ ਭੇਜਦੇ ਸੀ ਤਾਂ ਮੇਰੀਆਂ ਸਹੇਲੀਆਂ ਬੜੀਆਂ ਹੈਰਾਨ ਹੁੰਦੀਆਂ ਸੀ। ਇੱਥੇ ਤਾਂ ਵੈਡਿੰਗ ਡਰੈਸ ਵੀ ਮੁੰਡਾ ਕੁੜੀ ਰਲ ਕੇ ਬਣਵਾਉਂਦੇ ਨੇ, ਅਤੇ ਜੇ ਨਗਦ ਪੈਸੇ ਨਾ ਹੋਣ ਤਾਂ ਕਿਸ਼ਤਾਂ 'ਤੇ ਲੈਂਦੇ ਨੇ, ਨੀਰਜਾ ਨੇ ਦੱਸਿਆ। ਨੀਰਜਾ ਆਏ ਅਸੀਂ ਹੁਣੇ, ਦੂਜੇ ਕਮਰੇ 'ਚ ਆ ਕੇ ਵਿਰਕ ਨਾਲ ਜਾਣ ਦੀ ਸਲਾਹ ਕਰਦੇ ਹਰਚੰਦ ਨੇ ਆਖਿਆ। ਬਿਲੇ ਮਾਰ ਦੂੰ ਜਾਣ ਤੋਂ ਜੇ ਬਹੁਤੀ ਪੀ ਕੇ ਆਇਆ, ਨੀਰਜਾ ਨੇ ਆਖਿਆ। ਸਾਰੇ ਹੱਸ ਪਏ। ਕੱਚੀ ਕੈਲ ਤੇ ਅੰਗਾਂ ਬੰਗਾਂ ਦਾ ਧਨ ਦਿਸਣ ਵਾਲੀ ਨੀਰਜਾ ਕਿੱਡੀ ਤਕੜੀ ਸੀ ਵਿੱਚੋਂ, ਜਿਹਨੇ ਝੱਖੜ ਵਰਗੇ ਮਰਦ ਨੂੰ ਸਾਂਭ ਲਿਆ ਸੀ। ਤੇਰੇ ਲਈ ਕੀ ਲੈ ਕੇ ਆਵਾਂ? ਨੀਰਜਾ ਨੂੰ ਪੁੱਛਿਆ। ਬਸ ਤੂੰ ਹੀ ਆ ਜੀ, ਉਹਨੇ ਹੱਸ ਕੇ ਕਿਹਾ। ਚੰਗਾ, ਗਰੀਬ ਨੂੰ ਤਾੜ ਕੇ ਰੱਖਦੀਆਂ ਉਹਨਾਂ ਦੇ ਜਾਣ ਮਗਰੋਂ, ਮੈਂ ਕਿਹਾ। ਚੰਗਾ ਭੈਣ ਜੀ, ਨਹੀਂ ਤਾਂ ਬੰਦਾ ਇੱਥੇ ਬਸ ਪੁੱਛੋ ਹੀ ਨਾ। ਸੁਣਿਆ ਸੀ ਇੱਕ ਵਾਰੀ ਤਾਂ ਹਰਚੰਦ ਵੀ, ਸ਼ਰਫ ਦੀ ਵਹੁਟੀ ਕੁਝ ਆਖ ਰਹੀ ਸੀ ਜਦੋਂ ਵਿੱਚ ਹੀ ਗੱਲ ਟੋਕ ਕੇ ਨੀਰਜਾ ਬੋਲੀ। ਇੱਕ ਵਾਰੀ ਤਾਂ ਹਨੇਰੇ 'ਚੋਂ ਚਾਨਣ 'ਚ ਆ ਕੇ ਸਭ ਦੀਆਂ ਹੀ ਅੱਖਾਂ 'ਚੋਂ ਆ ਜਾਂਦੀਆਂ ਨੇ। ਇੱਕ ਵਾਰੀ ਨੀਰਜਾ ਨੇ ਵੀਰੇ ਨੂੰ ਇੰਡੀਆ ਮਾੜਾ ਜਿਹਾ ਲਿਖ ਦਿੱਤਾ। ਮੈਂ ਦੱਸਿਆ ਉਦੋਂ ਜੰਮੂ ਸੀ। ਅੱਥ ਨੇ ਚਿੱਠੀ ਮਿਲੀ, ਉਦੋਂ ਹੀ ਕਰਨਲ ਕੋਲ ਗਿਆ ਕਿ ਮੈਨੂੰ 10 ਦਿਨ ਦੀ ਅੱਜ ਹੀ ਛੁੱਟੀ ਚਾਹੀਦੀ ਹੈ। ਕਰਨਲ ਨੇ ਆਖਿਆ ਵੀ ਇਹ ਫੌਜ ਹੈ, ਇਉਂ ਛੁੱਟੀ ਨਹੀਂ ਮਿਲ ਸਕਦੀ ਹੁੰਦੀ। ਬੋਲਿਆ ਅਸਤੀਫਾ ਲੈ ਲਓ। ਕਰਨਲ ਸਮਝ ਗਿਆ ਵੀ ਗੱਲ ਕੋਈ ਸੀਰੀਅਸ ਹੈ, ਛੁੱਟੀ ਦੇ ਦਿੱਤੀ। ਰਾਤ ਨੂੰ ਹੀ ਮੋਟਰਸਾਈਕਲ 'ਤੇ ਪਟਿਆਲੇ ਨੂੰ ਤੁਰ ਪਿਆ। ਸਾਰੀ ਰਾਤ ਸ਼ਰਾਬ ਪੀਂਦਾ 80 ਮੀਲ ਦੀ ਸਪੀਡ 'ਤੇ ਮੋਟਰਸਾਈਕਲ ਚਲਾਉਂਦਾ ਉਹ ਸਵੇਰ ਦੇ 3 ਵਜੇ ਪਟਿਆਲੇ ਪਹੁੰਚ ਗਿਆ। ਕੀ ਗੱਲ? ਸ਼ਕਲ ਦੇਖ ਕੇ ਬੇਜੀ ਘਬਰਾ ਗਏ। ਸਵੇਰੇ 30,000 ਰੁਪਏ ਚਾਹੀਦੇ ਨੇ, ਉਹ ਭਰੜਾਈ ਆਵਾਜ਼ 'ਚ ਬੋਲਿਆ। ਰੁਪਈਏ ਤਾਂ ਲੈ ਲਈ, ਪਰ ਗੱਲ ਤਾਂ ਦੱਸ। ਦਿੱਲੀ ਮੇਰਾ ਇੱਕ ਬੰਦਾ ਵਾਕਫ ਹੈ, 20,000 ਰੁਪਈਆ ਲੈ ਕੇ 4 ਦਿਨ 'ਚ ਤੁਹਾਨੂੰ ਪਾਸਪੋਰਟ ਬਣਵਾ ਕੇ ਇੰਗਲੈਂਡ ਪਹੁੰਚਾ ਦਿੰਦਾ। ਨੀਰਜਾ ਭੈਣ ਜੀ ਦੀ ਚਿੱਠੀ ਆਈ ਹੈ, ਮੈਂ ਜਾਣਾ। ਗੱਲ ਕੀ? ਬੇਜੀ ਵੀ ਪਰੇਸ਼ਾਨ ਹੋ ਗਏ। ਨੀਰਜਾ ਭੈਣ ਜੀ ਦਾ ਉੱਥੇ ਕੌਣ ਹੈ? ਖਬਰੇ ਕਿੰਨੇ ਔਖੇ ਹੋਣਗੇ, ਨਹੀਂ ਤਾਂ ਚਿੱਠੀ ਥੋੜ੍ਹੀ ਲਿਖਣੀ ਸੀ। ਪਰ ਤੂੰ ਕੀ ਕਰੇਂਗਾ ਜਾ ਕੇ? ਮੈਂ ਹਰਚੰਦ ਵੀਰ ਜੀ ਤੇ ਨੀਰਜਾ ਭੈਣ ਜੀ ਦੋਵਾਂ ਨੂੰ ਗੋਲੀ ਮਾਰ ਦਿਆਂਗਾ। ਹੈ ਕਮਲਾ, ਘਰਾਂ 'ਚ ਮਾੜੀਆਂ ਮੋਟੀਆਂ ਗੱਲਾਂ ਹੋ ਹੀ ਜਾਂਦੀਆਂ ਹੁੰਦੀਆਂ ਨੇ। ਆਖ ਬੇਜੀ ਨੇ ਦੂਜੇ ਕਮਰੇ 'ਚੋਂ ਮੈਨੂੰ ਜਗਾਇਆ। ਮੈਂ ਦੱਸਿਆ ਕੱਲ੍ਹ ਹੀ ਮੈਨੂੰ ਹਰਚੰਦ ਦੀ ਚਿੱਠੀ ਆਈ ਹੈ, ਉਹ ਠੀਕ ਠਾਕ ਨੇ, ਐਡਾ ਨਹੀਂ ਘਬਰਾਈਦਾ। ਆਪਾਂ ਸਵੇਰੇ ਹੀ ਫੋਨ ਕਰਾਂਗੇ। ਨੀਰਜਾ ਨੇ ਉਂਝ ਹੀ ਕਿਤੇ ਉਦਾਸ ਹੋ ਕੇ ਚਿੱਠੀ ਪਾਤੀ ਹੋਣੀ ਹੈ, ਅਤੇ ਅਗਲੇ ਦਿਨ ਫੋਨ ਕੀਤਾ, ਤਾਰ ਦਿੱਤੀ, ਚਿੱਠੀਆਂ ਲਿਖੀਆਂ ਅਤੇ 100 ਕੁਝ ਆਖ ਕੇ ਵੀਰੇ ਨੂੰ ਠੰਡਾ ਕੀਤਾ। ਮੈਂ ਆਖਿਆ, ਪਰ ਭੈਣ ਜੀ ਇੱਥੇ ਤਾਂ ਇੱਕ ਦਿਨ ਬਿੱਲੇ ਨੂੰ ਹਰਚੰਦ ਨੇ ਪੁੱਛਿਆ, ਤੇਰੀ ਭੈਣ ਦਾ ਕੀ ਹਾਲ ਹੈ? ਤਾਂ ਕੋਲ ਖੜੇ ਫਰੈਂਕ ਵੱਲ ਹੱਥ ਕਰਕੇ ਬੋਲਿਆ, ਫਰੈਂਕ ਨੂੰ ਪਤਾ ਹੋਣਾ, ਫਰੈਂਕ ਉਹਦਾ ਬॉयਫ੍ਰੈਂਡ ਹੈ, ਨੀਰਜਾ ਨੇ ਦੱਸਿਆ। ਪਰ ਅਜਿਹੀ ਚਿੱਠੀ ਨਹੀਂ ਨਾ ਲਿਖੀ ਦੀ ਨੀਰਜਾ, ਮੈਂ ਕਿਹਾ। ਫਿਰ ਭੈਣ ਜੀ ਮੈਨੂੰ ਵੀ ਲੱਗਿਆ ਕਿ ਮਨਾ ਇੱਥੇ ਤਾਂ ਸਭ ਕੁਝ ਆਪ ਹੀ ਨਜਿੱਠਣਾ ਪੈਣਾ, ਕੋਈ ਆ ਕੇ ਕੀ ਕਰ ਲੂ। ਨਾਲੇ ਹੁਣ ਤਾਂ ਇੱਥੋਂ ਦੀ ਜ਼ਿੰਦਗੀ ਸਮਝ ਆਉਣ ਲੱਗ ਪਈ ਹੈ, ਪਹਿਲਾਂ ਤਾਂ ਨਿੱਕੀਆਂ ਗੱਲਾਂ ਵੀ ਵੱਡੀਆਂ ਲੱਗਦੀਆਂ ਸੀ, ਨੀਰਜਾ ਬੋਲੀ। ਸ਼ਰਫ ਦੀ ਘਰ ਵਾਲੀ ਨੇ ਨੀਰਜਾ ਨੂੰ ਸਿਰ ਤੋਂ ਪੈਰਾਂ ਤੱਕ ਵੇਖਿਆ, ਜਿਵੇਂ ਸੋਚਦੀ ਹੋਵੇ ਭਲਾ ਨੀਰਜਾ ਵਰਗੀ ਕੁੜੀ ਨੂੰ ਵੀ ਕੋਈ ਔਖ ਹੋ ਸਕਦੀ ਹੈ। ਨਾਲੇ ਉਹ ਬੰਦੇ ਵੀ ਹੋਰ ਹੁੰਦੇ ਨੇ। ਪਰ ਉਹ ਬੋਲੀ ਕੁਛ ਨਹੀਂ। ਸਟ੍ਰੈਟਫੋਰਡ ਸ਼ੈਕਸਪੀਅਰ ਦਾ ਸ਼ਹਿਰ ਵੇਖਣ ਤਾਂ ਕੱਲ੍ਹ ਚੱਲਾਂਗੇ। ਅੱਜ ਤੁਹਾਨੂੰ ਕੈਥੀਡਰਲ ਵਿਖਾ ਕੇ ਲਿਆਉਂਦੇ ਹਾਂ, ਅਤੇ ਨਾਲੇ ਲੇਡੀ ਗੋਡਾਈਵਾ ਵੀ। ਦੂਜੇ ਕਮਰੇ ਵੱਲੋਂ ਆਉਂਦਾ ਸ਼ਰਫ ਬੋਲਿਆ। ਕੁਝ ਚਿਰ ਮਗਰੋਂ ਜਦੋਂ ਵਿਰਕ ਤੇ ਹਰਚੰਦ ਆ ਗਏ, ਅਸੀਂ ਕੈਥੀਡਰਲ ਵੇਖਣ ਗਏ। ਸਭ ਤੋਂ ਪਹਿਲਾਂ 14ਵੀਂ ਸਦੀ ਦੀ ਪੱਥਰਾਂ ਦੀ ਬਣੀ ਅਸਮਾਨ ਛੂਹਦੀ ਕੋਵੈਂਟਰੀ ਦੀ ਕੈਥੀਡਰਲ ਦੇ ਖੰਡਰ ਵੇਖੇ। ਦੂਜੇ ਸੰਸਾਰ ਯੁੱਧ ਵਿੱਚ ਜਰਮਨਾਂ ਨੇ ਇਸ ਉੱਤੇ ਬੰਬ ਸੁੱਟੇ ਸਨ। ਛੱਤ ਤੋਂ ਬਿਨਾਂ ਕੰਧਾਂ ਦੇ ਅੰਦਰ ਇੱਕ ਥਾਂ ਧੁਆਂਖਿਆ ਵੱਡਾ ਸਾਰਾ ਲੱਕੜ ਦਾ ਕ੍ਰਾਸ ਖੜਾ ਸੀ, ਜਿਹਦੇ ਕੋਲ ਪੱਥਰ 'ਤੇ ਉਕਰਿਆ ਹੋਇਆ ਸੀ, ਫਾਦਰ ਫੋਰਗਿਵ। ਇਹੀ ਤਾਂ ਕ੍ਰਾਈਸਟ ਦਾ ਚੇਤਾ ਕਰਾਉਂਦਾ ਹੈ, ਜਿਹਨੇ ਸਭਨਾਂ ਲਈ ਫੋਰਗਿਵਨੈਸ ਮੰਗੀ ਸੀ, ਜੋ ਗਲਤੀਆਂ ਕਰਦੇ ਨੇ ਅਤੇ ਵਿੱਚ ਉਹ ਵੀ ਆ ਜਾਂਦੇ ਨੇ ਜਿਨ੍ਹਾਂ ਨੇ ਇਸ ਕੈਥੀਡਰਲ 'ਤੇ ਬੰਬ ਸੁੱਟੇ ਸੀ। ਇਹਦੇ ਨੇੜੇ ਹੀ ਨਵੀਂ ਬਣਾਈ ਕੈਥੀਡਰਲ ਹੈ। ਇਹ ਦੱਸਣ ਲਈ ਕਿ ਮੌਤ ਨਾਲ ਜ਼ਿੰਦਗੀ ਮੁੱਕ ਨਹੀਂ ਜਾਂਦੀ। ਖੰਡਰਾਂ 'ਤੇ ਨਵੀਂ ਉਸਾਰੀ ਜ਼ਿੰਦਗੀ ਦਾ ਇਹੀ ਨੇਮ ਹੈ। ਨਵੀਂ ਕੈਥੀਡਰਲ ਦੇ ਬਾਹਰ ਕੰਧ ਉੱਤੇ ਵੱਡੇ ਵੱਡੇ 2 ਬੁੱਤ ਨੇ, ਇੱਕ ਏਂਜਲ ਇੱਕ ਦੈਂਤ ਨੂੰ ਮਾਰ ਰਿਹਾ।
ਸ਼ਾਇਦ ਇਹ ਦੱਸਣ ਲਈ ਕਿ ਕੈਥੀਡ੍ਰਲ ਉਹ ਥਾਂ ਹੈ ਜਿੱਥੇ ਤੁਹਾਡੇ ਅੰਦਰਲੇ ਏਂਜਲ ਨੂੰ ਤੁਹਾਡੇ ਅੰਦਰਲੇ ਦੈਂਤ 'ਤੇ ਹਾਵੀ ਹੋ ਜਾਣ ਦੀ ਸ਼ਕਤੀ ਤੇ ਪ੍ਰੇਰਨਾ ਮਿਲਦੀ ਹੈ। ਇਹ ਕੈਥੀਡ੍ਰਲ ਕਲਾ ਦੇ ਪੱਖੋਂ ਬੇਮਿਸਾਲ ਮੰਨੀ ਜਾਂਦੀ ਹੈ। ਪੱਛਮ ਵੱਲ ਦੀ ਕੰਧ ਪੂਰੀ ਦੀ ਪੂਰੀ ਸ਼ੀਸ਼ੇ ਦੀ ਹੈ, ਜਿਸ ਉੱਪਰ ਮੂਰਤੀਆਂ ਵਾਹੀਆਂ ਹੋਈਆਂ ਹਨ। ਅੰਦਰ ਜਾਈਏ ਤਾਂ ਛੱਤ ਤੋਂ ਜ਼ਮੀਨ ਤੱਕ ਦੀਆਂ 5 ਸ਼ੀਸ਼ਿਆਂ ਦੀਆਂ ਖਿੜਕੀਆਂ ਹਨ। ਹਰ ਇੱਕ ਦੇ ਆਪਣੇ ਅਰਥ ਹਨ। ਪਹਿਲੀ ਖਿੜਕੀ ਦੇ ਸ਼ੀਸ਼ਿਆਂ ਦੀਆਂ ਟੁਕੜੀਆਂ 'ਚ ਭਾਰੂ ਰੰਗ ਹਰਾ ਹੈ, ਉਤਪਤੀ ਦਾ ਰੰਗ। ਦੂਜੇ 'ਚ ਭਾਰੂ ਰੰਗ ਹੈ ਲਾਲ, ਜੋ ਮਨੁੱਖ ਦੀ ਭਾਲ ਦਾ ਰੰਗ ਹੈ। ਤੀਜੇ 'ਚ ਰਲੇ ਮਿਲੇ ਰੰਗ ਹਨ, ਜੋ ਜ਼ਿੰਦਗੀ ਦੇ ਇਮਤਿਹਾਨਾਂ ਦੇ ਰੰਗ ਨੇ। ਚੌਥੀ ਖਿੜਕੀ 'ਚ ਗੂੜਾ ਨੀਲਾ ਤੇ ਜਾਮਨੀ ਹੈ, ਵਿੱਚ ਪੀਲੇ ਰੰਗ ਦੀਆਂ ਧਾਰੀਆਂ ਹਨ, ਜੋ ਅਕਲ ਤੇ ਸਿਆਣਪ ਦੀਆਂ ਸੂਚਕ ਹਨ। ਤੇ ਪੰਜਵੀਂ ਵਿੱਚ ਸੁਨਹਿਰੀ ਰੰਗ ਹੈ, ਜਿਹਦਾ ਭਾਵ ਹੈ ਮੌਤ ਮਗਰੋਂ ਦੀ ਜ਼ਿੰਦਗੀ। ਇਹ 3 ਬੜੇ ਵੱਡੇ ਕਲਾਕਾਰਾਂ ਦੀ ਕਿਰਤ ਹਨ। ਅੰਦਰ ਝਾਤੀ ਮਾਰੋ, ਅਨੇਕਾਂ ਚੀਜ਼ਾਂ ਜ਼ਿੰਦਗੀ ਦੇ ਅਨੇਕਾਂ ਅਰਥ ਸਮਝਾਉਣ ਵਾਲੀਆਂ ਦਿਸਣਗੀਆਂ। ਮੇਖਾਂ ਦਾ ਕ੍ਰਾਸ, ਹਾਦਸੇ 'ਚ ਟੁੱਟੀ ਕਾਰ ਦੇ ਮੈਟਲ ਤੋਂ ਬਣਿਆ ਕਰੂਸੀਫਾਈਡ ਕ੍ਰਾਈਸਟ, ਜੋ ਇੱਕ ਅਮਰੀਕਨ ਲੜਕੀ ਵੱਲੋਂ ਹੈ। ਅੰਦਰ ਸਾਹਮਣੇ 72 ਫੁੱਟ ਉੱਚੀ 38 ਫੁੱਟ ਚੌੜੀ ਕ੍ਰਾਈਸਟ ਦੀ ਤਸਵੀਰ ਹੈ, ਜਿਹਦੀਆਂ ਅੱਖਾਂ ਖੁੱਲ੍ਹੀਆਂ ਹਨ ਤੇ ਹੱਥ ਉੱਪਰ ਨੂੰ ਉੱਠੇ ਹੋਏ ਹਨ। ਜਰਾ ਛੇਤੀ ਚਲੋ ਭੈਣ ਜੀ, ਸ਼ਰਫ ਨੇ ਆਪਣੀ ਘੜੀ ਵੱਲ ਵੇਖਦਿਆਂ ਕਿਹਾ। 2 ਕੁ ਮਿੰਟ ਸਾਫ਼ ਸੁਥਰੀ ਬਿਜਲੀ ਦੇ ਖੰਭਿਆਂ ਨਾਲ ਲਟਕਦੇ ਫੁੱਲਾਂ ਦੇ ਗਮਲਿਆਂ ਵਾਲੀ ਸੜਕ 'ਤੇ ਤੁਰਦੇ ਅਸੀਂ ਇੱਕ ਚੌਂਕ 'ਚ ਪਹੁੰਚ ਗਏ। ਚੌਂਕ ਵਿਚਕਾਰ ਫੁੱਲਾਂ ਬੂਟਿਆਂ ਦੀਆਂ ਰੌਂਸਾਂ ਸਨ। ਮਖਮਲੀ ਘਾਹ ਸੀ, ਵਿਚਕਾਰ ਇੱਕ ਥੜਾ ਸੀ, ਜਿਸ ਉੱਪਰ ਕਾਲੇ ਪੱਥਰ ਦਾ ਇੱਕ ਘੋੜੇ ਦਾ ਬੁੱਤ ਸੀ। ਬੁੱਤ ਉੱਪਰ ਇੱਕ ਔਰਤ ਸੀ ਤੇ ਇਹੀ ਲੇਡੀ ਗੋਡਾਈਵਾ ਸੀ। ਦੇਖੋ ਦੇਖੋ, ਸਾਹਮਣੇ ਦੇਖੋ, ਸ਼ਰਫ ਨੇ ਇੱਕ ਪਾਸੇ ਉੱਪਰ ਨੂੰ ਇਸ਼ਾਰਾ ਕਰਕੇ ਕਿਹਾ। ਸਾਹਮਣੇ ਗੁੰਬਦ 'ਤੇ ਲੱਗੇ ਘੰਟੇ ਨੇ 8 ਵਜਾਏ। ਹੇਠਾਂ ਗੁੰਬਦ ਅੱਗੇ ਬਣੀ ਗੈਲਰੀ ਅੱਗੇ ਪਰਦਾ ਹਟ ਗਿਆ। ਇੱਕ ਘੋੜੇ ਉੱਪਰ ਨੰਗੀ ਔਰਤ ਬੈਠੀ ਸੀ। ਉਹਨੇ ਆਪਣੇ ਲੰਮੇ ਵਾਲਾਂ ਨਾਲ ਆਪਣਾ ਨੰਗੇਜ਼ ਕੱਜਿਆ ਹੋਇਆ ਸੀ। ਘੋੜਾ ਇੱਕ ਵਾਰ ਵਿੱਚੋਂ ਬਾਹਰ ਆਇਆ। ਉੱਪਰ ਇੱਕ ਤਾਕੀ ਖੁੱਲ੍ਹੀ, ਬੰਦੇ ਦਾ ਸਿਰ ਬਾਹਰ ਆਇਆ, ਪਰ ਉਹਨੇ ਝੱਟ ਅੱਖਾਂ 'ਤੇ ਹੱਥ ਰੱਖ ਲਏ। ਲੇਡੀ ਗੋਡਾਈਵਾ ਦਾ ਘੋੜਾ ਦੂਜੇ ਬਾਰ ਵਿੱਚੋਂ ਗੁੰਬਦ ਦੇ ਅੰਦਰ ਚਲਾ ਗਿਆ। ਪਰਦਾ ਫਿਰ ਤਣ ਗਿਆ। ਹਰ ਘੰਟੇ ਮਗਰੋਂ ਇਸੇ ਤਰ੍ਹਾਂ ਘੋੜੇ 'ਤੇ ਚੜ੍ਹੀ ਲੇਡੀ ਗੋਡਾਈਵਾ ਬਾਹਰ ਆਉਂਦੀ ਹੈ, ਸ਼ਰਫ ਨੇ ਦੱਸਿਆ। ਅਸਲ 'ਚ ਲੇਡੀ ਗੋਡਾਈਵਾ ਨਹੀਂ, ਉਹਦਾ ਬੁੱਤ ਸੀ, ਪਰ ਹੂ-ਬਹੂ ਜਿਉਂਦੀ ਔਰਤ ਵਰਗਾ। ਤੇ ਘੋੜਾ ਵੀ ਘੋੜਾ ਨਹੀਂ ਸੀ, ਘੋੜੇ ਦਾ ਬੁੱਤ ਸੀ ਤੇ ਬਿਜਲੀ ਨਾਲ ਉਹਨੂੰ ਤੋਰਿਆ ਜਾਂਦਾ ਸੀ। ਉੱਪਰੋਂ ਬਾਰੀ ਵਿੱਚੋਂ ਝਾਕਣ ਵਾਲਾ ਵੀ ਉਸੇ ਤਰ੍ਹਾਂ ਬੰਦੇ ਦਾ ਬੁੱਤ ਹੈ, ਪਰ ਜਿਉਂਦੇ ਬੰਦੇ ਵਰਗਾ। ਸ਼ਰਫ ਨੇ ਦੱਸਿਆ, ਲੇਡੀ ਗੋਡਾਈਵਾ ਸੱਚੀ ਮੁੱਚੀ ਦੀ ਔਰਤ ਹੋਈ ਹੈ। ਇਹਦਾ ਪਤੀ ਲਾਰਡ ਇਸ ਸਾਰੇ ਇਲਾਕੇ ਦਾ ਮਾਲਕ ਸੀ। ਬੜਾ ਸਖਤ ਬੰਦਾ ਸੀ, ਬੜਾ ਟੈਕਸ ਲੈਂਦਾ ਸੀ ਲੋਕਾਂ ਤੋਂ। ਲੋਕ ਤੰਗ ਸਨ। ਇੱਕ ਸਮੇਂ ਉਹ ਲਾਰਡ ਕੋਲ ਅਰਜ਼ ਕਰਨ ਗਏ ਕਿ ਕੁਝ ਟੈਕਸ ਮਾਫ ਕਰ ਦਿੱਤਾ ਜਾਏ। ਲਾਰਡ ਨੇ ਆਖਿਆ, ਠੀਕ ਹੈ, ਪਰ ਇੱਕ ਸ਼ਰਤ ਹੈ, ਜੇਕਰ ਕੋਈ ਔਰਤ ਨੰਗੀ ਘੋੜੇ 'ਤੇ ਚੜ੍ਹ ਕੇ ਸ਼ਹਿਰ ਦਾ ਗੇੜਾ ਦੇ ਦੇਵੇ ਤਾਂ। ਲੋਕ ਪਰੇਸ਼ਾਨ ਸਨ। ਅਗਲੀ ਸਵੇਰ ਹੋਈ ਤਾਂ ਉਸੇ ਲਾਰਡ ਦੀ ਪਤਨੀ ਲੇਡੀ ਗੋਡਾਈਵਾ ਨੇ ਘੋੜਾ ਮੰਗਵਾਇਆ, ਸਾਰੇ ਕੱਪੜੇ ਲਾਹਤੇ, ਘੋੜੇ 'ਤੇ ਚੜ੍ਹ ਕੇ ਸਾਰੇ ਸ਼ਹਿਰ ਦਾ ਗੇੜਾ ਦਿੱਤਾ ਤਾਂ ਜੋ ਟੈਕਸ ਮੁਆਫ ਕਰਵਾ ਸਕੇ। ਲੋਕਾਂ ਨੇ ਨੀਵੀਂ ਪਾਈ ਹੋਈ ਸੀ। ਸਿਰਫ ਇੱਕ ਬੰਦਾ ਉਸ ਵੱਲ ਝਾਕਿਆ ਤੇ ਆਖਦੇ ਨੇ ਉਹੀ ਅੰਨਾ ਹੋ ਗਿਆ। ਇਹ ਬੁੱਤ ਉਸੇ ਦੀ ਯਾਦ 'ਚ ਲੋਕਾਂ ਨੇ ਲਾਇਆ ਹੋਇਆ ਹੈ। ਤੇ ਉਹ ਲੇਡੀ ਗੋਡਾਈਵਾ ਤੁਸੀਂ ਹੁਣੇ ਦੇਖੀ ਸੀ, ਤੇ ਉਹ ਬੰਦਾ ਵੀ ਜਿਹੜਾ ਉਸ ਵੱਲ ਝਾਕਿਆ ਸੀ ਤੇ ਅੰਨਾ ਹੋ ਗਿਆ ਸੀ। ਮੈਨੂੰ ਲੱਗਿਆ ਕਦੇ ਕਦੇ ਸੱਚਾਈ ਕਲਪਨਾ ਨਾਲੋਂ ਵੀ ਵੱਧ ਖੂਬਸੂਰਤ ਹੁੰਦੀ ਹੈ। ਅਗਲੇ ਦਿਨ ਅਸੀਂ ਸ਼ੇਕਸਪੀਅਰ ਦਾ ਸ਼ਹਿਰ ਵੇਖਣ ਗਏ। ਟੂ ਬੀ ਔਰ ਨਾਟ ਟੂ ਬੀ, ਦੈਟ ਇਜ਼ ਦਾ ਕੁਐਸਚਨ ਵਾਲੀ ਘੜੀ ਦੇ ਰੂਬਰੂ ਖੜੋਤਿਆਂ ਹੈਮਲੇਟ ਜਿਸ ਕਾਸੇ 'ਚੋਂ ਲੰਘਿਆ ਸੀ, ਜਾਂ ਜੋ ਕੁਝ ਉਹਦੇ ਵਿੱਚੋਂ ਲੰਘਿਆ ਸੀ, ਸ਼ੇਕਸਪੀਅਰ ਨੇ ਉਸ ਰਾਹੀਂ ਸਾਡੇ ਸਾਰਿਆਂ ਦੀ ਉਸ ਵੇਲੇ ਦੀ ਗੱਲ ਕੀਤੀ ਹੈ ਜਦੋਂ ਸਾਡੇ ਵਿੱਚੋਂ ਕੋਈ ਅਜਿਹੀ ਘੜੀ ਦੇ ਰੂਬਰੂ ਖੜੋ ਕੇ ਸੋਚਦਾ ਹੈ, ਟੂ ਬੀ ਔਰ ਨਾਟ ਟੂ ਬੀ, ਦੈਟ ਇਜ਼ ਦਾ ਕੁਐਸਚਨ। ਇਸ ਗੱਲ ਤੱਕ ਅੱਪੜ ਜਾਣ ਵਾਲਾ ਲੇਖਕ ਨਹੀਂ ਕਿਧਰੇ ਹੋਇਆ ਹੋਏਗਾ। ਸਾਡੇ ਵਾਂਗ ਹੀ ਉਹਦਾ ਕੋਈ ਸ਼ਹਿਰ ਪਿੰਡ ਹੋਏਗਾ, ਘਰ ਹੋਏਗਾ, ਮਾਪੇ ਹੋਣਗੇ, ਵਹੁਟੀ ਹੋਏਗੀ। ਉਹ ਸੱਚੀ ਮੁੱਚੀ ਦਾ ਹੋਏਗਾ। ਹਿੰਦੁਸਤਾਨ ਰਹਿੰਦਿਆਂ ਕਦੇ ਕਦੇ ਇਉਂ ਮਨ 'ਚ ਆਉਂਦਾ ਸੀ, ਪਰ ਅੱਜ ਉਹਦਾ ਸ਼ਹਿਰ 'ਚ ਉਹਦਾ ਘਰ ਮੇਰੇ ਸਾਹਮਣੇ ਸੀ। 23 ਅਪ੍ਰੈਲ 1564 ਨੂੰ ਸ਼ੇਕਸਪੀਅਰ ਪੈਦਾ ਹੋਇਆ ਸੀ। ਉਸ ਘਰ 'ਚੋਂ ਸਭ ਚੀਜ਼ਾਂ ਉਸੇ ਤਰ੍ਹਾਂ ਸਾਂਭ ਕੇ ਰੱਖੀਆਂ ਸਨ ਜਿਹੜੀਆਂ ਉਸ ਵੇਲੇ ਸਨ ਜਦੋਂ ਸ਼ੇਕਸਪੀਅਰ ਵੀ ਸੀ। ਉਹਦਾ ਮੰਜਾ ਬਿਸਤਰਾ, ਮੇਜ਼ ਕੁਰਸੀ, ਤਸਵੀਰਾਂ, ਕਿਤਾਬਾਂ, ਫੁੱਲਦਾਨ ਤੇ ਗ੍ਰਾਮਰ ਸਕੂਲ ਵਿੱਚੋਂ ਚੁਕਵਾ ਕੇ ਲਿਆਂਦਾ ਡੈਸਕ, ਜਿੱਥੇ ਬੈਠ ਕੇ ਨਿੱਕਾ ਹੁੰਦਾ ਸ਼ੇਕਸਪੀਅਰ ਪੜ੍ਹਦਾ ਹੁੰਦਾ ਸੀ, ਸਭ ਚੀਜ਼ਾਂ ਉਸੇ ਤਰ੍ਹਾਂ ਪਈਆਂ ਸਨ।
ਘਰ ਦੇ ਪਿੱਛੇ ਬਾਗ ਹੈ ਜਿਸ 'ਚ ਉਹ ਦਰਖਤ, ਫੁੱਲ, ਬੂਟੇ ਤੇ ਝਾੜੀਆਂ ਲਾਏ ਹੋਏ ਹਨ ਜਿਨ੍ਹਾਂ ਦਾ ਆਪਣੀਆਂ ਕਿਰਤਾਂ 'ਚ ਸ਼ੇਕਸਪੀਅਰ ਨੇ ਜ਼ਿਕਰ ਕੀਤਾ ਹੈ। ਤੇ ਇੱਥੇ ਇੱਕ ਵਿਸ਼ੇਸ਼ ਗੁਲਾਬ ਦਾ ਪੌਦਾ ਵੀ ਹੈ ਜੋ ਪਹਿਲਾਂ ਮਲਿਕਾ ਐਲਿਜ਼ਬੈਥ ਦੂਜੀ ਨੇ ਆਪਣੀ ਤਾਜਪੋਸ਼ੀ ਦੇ ਸਮੇਂ ਇਸ ਥਾਂ ਲਈ ਤੋਹਫਾ ਭੇਜਿਆ ਸੀ। ਇੱਕ ਮਲਿਕਾ ਆਪਣੀ ਤਾਜਪੋਸ਼ੀ ਦੇ ਸਮੇਂ ਆਪਣੇ ਇੱਕ ਹੋ ਚੁੱਕੇ ਲੇਖਕ ਦੇ ਸ਼ਹਿਰ ਉਹਦੇ ਘਰ ਦੀ ਬਗੀਚੀ ਲਈ ਗੁਲਾਬ ਦੇ ਫੁੱਲਾਂ ਦਾ ਬੂਟਾ ਭੇਜਦੀ ਹੈ। ਸ਼ਹਿਰ 'ਚ ਇੱਕ ਵਿਸ਼ਾਲ ਬਾਗ ਹੈ ਜਿਹਦੇ ਵਿਚਕਾਰ ਉੱਚੇ ਥੜੇ ਉੱਤੇ ਕਾਲੇ ਪੱਥਰ ਦਾ ਸ਼ੇਕਸਪੀਅਰ ਦਾ ਆਦਮਕਦ ਬੁੱਤ ਲੱਗਿਆ ਹੋਇਆ ਤੇ ਬਾਗ 'ਚ ਕਈ ਥਾਂ ਉਹਦੇ ਅਮਰ ਪਾਤਰ ਹੈਮਲੇਟ, ਲੇਡੀ ਮੈਕਬਥ, ਫਾਲਸਟਾਫ ਤੇ ਪ੍ਰਿੰਸ ਹਾਲ ਦੇ ਬੁੱਤ ਲੱਗੇ ਹੋਏ ਹਨ। ਇਹ ਪ੍ਰਤੀਕ ਹਨ ਸ਼ੇਕਸਪੀਅਰ ਦੇ ਨਾਟਕਾਂ ਵਿਚਲੀ ਫਿਲਾਸਫੀ, ਦੁਖਾਂਤ ਸੁਖਾਂਤ ਦੇ ਇਤਿਹਾਸ ਦੇ। ਕੁਝ ਦੂਰੀ ਉੱਤੇ ਐਨ ਸ਼ੇਕਸਪੀਅਰ ਦੀ ਪਤਨੀ ਦਾ ਪੇਕਾ ਘਰ ਵੀ ਅਗਲਿਆਂ ਸਾਂਭ ਕੇ ਰੱਖਿਆ ਹੋਇਆ ਹੈ। ਐਨ ਦੇ ਘਰ ਜਾ ਕੇ ਉਹਦਾ ਘਰ ਤੇ ਘਰ ਦੀਆਂ ਸਭ ਚੀਜ਼ਾਂ ਦੇਖਣ ਮਗਰੋਂ ਮੈਂ ਐਨ ਦੀ ਤਸਵੀਰ ਵੇਖਣੀ ਚਾਹੀ, ਪਰ ਨਾ ਘਰ 'ਚ, ਨਾ ਕਿਸੇ ਕਿਤਾਬ 'ਚ, ਨਾ ਹੀ ਕਿਸੇ ਕਾਰਡ ਉੱਤੇ ਐਨ ਦੀ ਤਸਵੀਰ ਸੀ। ਹੈਰਾਨੀ ਹੋਈ, ਸੋਚਿਆ ਕਿ ਕਿਸੇ ਵੀ ਔਰਤ ਦੀ ਕੋਈ ਸ਼ਕਲ ਨਹੀਂ ਹੁੰਦੀ, ਉਹ ਸਿਰਫ ਔਰਤ ਹੁੰਦੀ ਹੈ, ਭਾਵੇਂ ਕਿਸੇ ਦੀ ਵੀ ਔਰਤ ਹੋਵੇ। ਸ਼ੇਕਸਪੀਅਰ ਦਾ ਘਰ ਵੇਖਣ ਦੁਨੀਆ ਦੇ ਅਨੇਕ ਮੁਲਕਾਂ 'ਚੋਂ ਯਾਤਰੀ ਆਉਂਦੇ ਹਨ। ਇਸੇ ਲਈ ਕੋਈ ਕਿਸੇ ਵੱਲ ਵੇਖ ਕੇ ਹੈਰਾਨ ਨਹੀਂ ਸੀ ਹੋ ਰਿਹਾ। ਹੈਰਾਨੀ ਸਿਰਫ ਇਸ ਗੱਲ ਦੀ ਹੋ ਰਹੀ ਸੀ ਕਿ ਸੱਚੀ ਮੁੱਚੀ ਦਾ ਸ਼ੇਕਸਪੀਅਰ ਕਦੇ ਇਸ ਘਰ 'ਚ ਬੈਠਾ ਲਿਖ ਰਿਹਾ ਹੋਏਗਾ, ਸੋਚ ਰਿਹਾ ਹੋਏਗਾ, ਇਹਨਾਂ ਹੀ ਸੜਕਾਂ 'ਤੇ ਤੁਰਿਆ ਫਿਰ ਰਿਹਾ ਹੋਏਗਾ, ਕਦੇ ਬਹੁਤ ਉਦਾਸ ਵੀ ਹੋਇਆ ਹੋਏਗਾ। ਸ਼ਾਇਦ ਇਸੇ ਲਈ ਆਪਣਾ ਸਿਰਜਕ ਹੱਥ ਰੱਬ ਦੇ ਬਰਾਬਰ ਲੈ ਗਿਆ, ਇਹ ਦੱਸਣ ਲਈ ਕਿ ਕਿੱਥੇ ਕੀ ਗਲਤ ਹੋ ਗਿਆ। ਬੜੇ ਰੋਹ 'ਚ ਆ ਕੇ ਉਹਨੇ ਸਦੀਆਂ ਤੋਂ ਤੁਰੀ ਆ ਰਹੀ ਸੋਚ ਕਿ ਮਨੁੱਖੀ ਡੈਸਟਨੀ ਪ੍ਰੀਡੈਸਟਿਨਡ ਹੈ ਨੂੰ ਚੈਲੰਜ ਕੀਤਾ। ਮਨੁੱਖ ਨੇ ਆਪਣੀਆਂ ਸ਼ਕਤੀ ਤੇ ਸਮਰੱਥਾ ਦੇ ਰੂਬਰੂ ਲਿਆ ਖੜਾ ਕੀਤਾ, ਜਿੱਥੇ ਖੜੋ ਕੇ ਉਹ ਦੇਖ ਸਕੇ ਕਿ ਡੈਸਟਨੀ ਇਜ਼ ਨਾਟ ਪ੍ਰੀਡੈਸਟਿਨਡ ਬਟ ਕਰੈਕਟਰ ਇਜ਼ ਡੈਸਟਨੀ। ਤੇ ਉਹ ਪਹਿਲੀ ਵਾਰੀ ਮਨੁੱਖ ਨੂੰ ਤਕਦੀਰ ਦੇ ਜੂਲੇ ਹੇਠੋਂ ਕੱਢ ਕੇ ਉਹਨੂੰ ਤਕਦੀਰ ਨਾਲ ਸਾਵਿਆਂ ਖੜਾ ਕਰ ਦਿੱਤਾ। ਮਨੁੱਖ ਹੁੰਦਿਆਂ ਉਹਨੇ ਮਨੁੱਖ ਨੂੰ ਆਪਣਾ ਆਪ ਲੱਭ ਕੇ ਦਿੱਤਾ, ਉਹਦੀਆਂ ਸੰਭਾਵਨਾਵਾਂ ਦੱਸੀਆਂ, ਉਹਨੂੰ ਆਪਣੇ ਆਪ ਤੇ ਸੱਚ ਤੱਕ ਪਹੁੰਚਾਇਆ। ਇਸੇ ਲਈ ਜਿਹੜਾ ਸ਼ੇਕਸਪੀਅਰ 23 ਅਪ੍ਰੈਲ 1616 ਨੂੰ ਮਰ ਗਿਆ, ਉਹ ਅਜੇ ਤੱਕ ਵੀ ਜਿਉਂਦਾ ਹੈ। ਮੇਰਾ ਮਨ ਕੀਤਾ ਕਾਸ਼ ਅੱਜ ਸਾਡੇ ਪ੍ਰੋਫੈਸਰ ਸਾਹਿਬ ਵੀ ਨਾਲ ਹੁੰਦੇ। ਵਾਪਸ ਆਏ ਦੇਖਿਆ ਹਰਚੰਦ ਕਾਰ 'ਚ ਹੀ ਬੈਠਾ ਸਿਗਰਟ ਪੀ ਰਿਹਾ ਸੀ। ਮੈਨੂੰ ਗੱਲ ਅਜੀਬ ਲੱਗੀ, ਕੋਈ ਸ਼ੇਕਸਪੀਅਰ ਦੇ ਸ਼ਹਿਰ ਆਵੇ ਤਾਂ ਕਾਰ 'ਚ ਹੀ ਬੈਠਾ ਰਹੇ। ਕਿਸੇ ਪੁਆਇੰਟ 'ਤੇ ਆ ਕੇ ਇਹ ਸਭ ਬੇਮਾਨੇ ਹੋ ਜਾਂਦੇ ਭੈਣ ਜੀ। ਦੇਖੋ ਨਾ, ਕਦੇ ਸ਼ੇਕਸਪੀਅਰ ਇੱਥੇ ਸੀ, ਅੱਜ ਨਹੀਂ ਹੈ। ਅੱਜ ਅਸੀਂ ਇੱਥੇ ਹਾਂ, ਕਦੇ ਨਹੀਂ ਹੋਵਾਂਗੇ। ਇਹ ਸਭ ਕੀ ਹੈ? ਉਹਨੇ ਮੇਰੇ ਅਣਪੁੱਛੇ ਸਵਾਲ ਦਾ ਉੱਤਰ ਦਿੱਤਾ। ਹੋਂਦ ਦੇ ਵੀ ਕਈ ਧਰਾਤਲ ਹੁੰਦੇ ਨੇ ਹਰਚੰਦ। ਕਈ ਲੋਕ ਹੋ ਕੇ ਵੀ ਨਹੀਂ ਹੁੰਦੇ ਤੇ ਕਈ ਮਰ ਕੇ ਵੀ ਨਹੀਂ ਮਰਦੇ। ਸਾਇੰਟਿਸਟ ਤਾਂ ਆਖਦੇ ਨੇ ਭੈਣ ਜੀ ਕਿ ਸਾਡੇ ਨਾਲ ਹੀ ਹੋਰ ਕਈ ਸੰਸਾਰ ਵਸਦੇ ਨੇ ਜੋ ਸਾਨੂੰ ਨਹੀਂ ਦਿਸਦੇ। ਮੈਂ ਪਹਿਲੇ ਨਹੀਂ ਸੀ ਮੰਨਦਾ, ਪਰ ਸਾਡਾ ਇੱਕ ਡਾਕਟਰ ਦੋਸਤ 20 ਦਸੰਬਰ ਨੂੰ ਸਾਨੂੰ ਮਿਲ ਕੇ ਗਿਆ। ਪਿੱਛੋਂ ਪਤਾ ਲੱਗਿਆ ਉਹ ਤਾਂ 19 ਦਸੰਬਰ ਨੂੰ ਐਕਸੀਡੈਂਟ ਨਾਲ ਮਰ ਗਿਆ ਸੀ। ਹੈ ਨਹੀਂ ਅਜੀਬ ਗੱਲ? ਇਹਦਾ ਮਤਲਬ ਹੈ ਇੱਕ ਅਣਦਿਸਦੀ ਦੁਨੀਆ ਵੀ ਹੈ। ਬਿੱਲੇ, ਐਵੇਂ ਨਾ ਭੈਣ ਜੀ ਨੂੰ ਭੂਤਾਂ ਦੀਆਂ ਗੱਲਾਂ ਕਰਕੇ ਡਰਾ, ਨੀਰਜਾ ਨੇ ਹੱਸ ਕੇ ਕਿਹਾ। ਖਬਰੇ ਅਸੀਂ ਸਭੇ ਭੂਤ ਹੀ ਹੋਈਏ, ਹੈ ਨਾ ਭੈਣ ਜੀ, ਉਹ ਬੋਲਿਆ। ਉਸੇ ਦਿਨ ਅਸੀਂ ਗਲਾਸਗੋ ਨੂੰ ਮੁੜ ਪਏ। ਰਾਹ 'ਚ ਬਰਮਿੰਘਮ 'ਚ ਹਰਚੰਦ ਨੂੰ ਕੁਝ ਕੰਮ ਸੀ। ਇੰਨੀ ਦੇਰ ਸਾਹਮਣੇ ਸਟੋਰ ਵਿੱਚੋਂ ਮੈਂ ਕੁਝ ਚੀਜ਼ਾਂ ਖਰੀਦ ਲਵਾਂਗੀ, ਬਿੱਲੇ ਤੂੰ ਉੱਥੇ ਆ ਜਾਈਂ। ਨੀਰਜਾ ਨੇ ਹਰਚੰਦ ਦੇ ਉਤਰ ਜਾਣ ਮਗਰੋਂ ਉਸ ਵਾਲੀ ਸੀਟ 'ਤੇ ਬੈਠ ਕੇ ਕਾਰ ਸਟਾਰਟ ਕਰਦੀ ਨੇ ਕਿਹਾ। ਜਿਵੇਂ ਹੁਕਮ ਮੇਮ ਸਾਹਿਬ, ਆਪ ਹਰਚੰਦ ਨੇ ਸਲੂਟ ਮਾਰਿਆ ਤੇ ਚਲਾ ਗਿਆ। ਕਾਰ ਇੱਕ ਪਾਸੇ ਪਾਰਕ ਕਰਕੇ ਚਾਬੀ ਉਂਗਲੀ ਨਾਲ ਘੁਮਾਉਂਦਿਆਂ ਸਟੋਰ ਦੇ ਅੱਗੇ ਜਾ ਕੇ ਬੋਲੀ, 6ਵੀਂ ਮੰਜ਼ਿਲ 'ਤੇ ਜਾਣਾ ਹੈ, ਤੁਸੀਂ ਚੱਲੋਗੇ ਕਿ ਇੱਥੇ ਹੀ ਖੜ੍ਹਨਾ? ਤੁਸੀਂ ਜਾਓ, ਮੈਂ ਪਹਿਲੀ ਮੰਜ਼ਿਲ ਦੀ ਰੌਣਕ ਤੇ ਚੀਜ਼ਾਂ ਵੱਲ ਵੇਖਦੀ ਨੇ ਕਿਹਾ। ਉਹ ਤੇ ਬੱਚੇ ਖੁਦ ਤੁਰਦੀਆਂ ਪੌੜੀਆਂ 'ਤੇ ਜਾ ਖੜ੍ਹੇ ਹੋਏ ਜੋ ਉਹਨਾਂ ਨੂੰ ਉੱਪਰ ਨੂੰ ਲੈ ਤੁਰੀਆਂ। ਮੈਂ ਹੇਠਾਂ ਧਿਆਨ ਦਿੱਤਾ। ਭਾਂਤ ਦੀਆਂ ਚੀਜ਼ਾਂ, ਭਾਵ ਕਿਤਾਬਾਂ ਤੋਂ ਲੈ ਕੇ ਜੁੱਤੀਆਂ, ਕੱਪੜੇ, ਸਵੈਟਰ, ਟਾਈਆਂ ਆਦਿ ਨਾਲੇ ਮੰਜ਼ਿਲ ਭਰੀ ਪਈ ਸੀ ਤੇ ਕਾਲਮਾਂ ਕਰਦੇ ਲੋਕ ਆਪਣੀ ਪਸੰਦ ਦੀਆਂ ਚੀਜ਼ਾਂ ਪਸੰਦ ਕਰ ਰਹੇ ਸਨ। ਮੈਂ ਇੱਕ ਪਾਸੇ ਨੂੰ ਖੜੋ ਕੇ ਕਿਤਾਬਾਂ ਵੇਖਣ ਲੱਗੀ। ਕੋਲੋਂ ਲੰਘਦੇ ਕਿਸੇ ਨੇ ਮੋਢਾ ਮਾਰਿਆ। ਮੈਂ ਚੌਂਕੀ। ਦੇਖਿਆ 2 ਹਿੱਪੀ ਕਿਸਮ ਦੀਆਂ ਕੁੜੀਆਂ ਜਿਨ੍ਹਾਂ ਵੱਡੇ ਵੱਡੇ ਬੂਟ ਤੇ ਥੋੜ੍ਹੇ ਜਿਹੇ ਕੱਪੜੇ ਪਾਏ ਸੀ ਮੇਰੇ ਵੱਲ ਚੋਹ ਰੱਖੀ ਵੇਖ ਕੇ ਲੰਘ ਗਈਆਂ।
ਮੈਂ ਸੋਚਿਆ ਖਬਰੇ ਬੇਧਿਆਨੀ ਉਹਨਾਂ 'ਚੋਂ ਕੋਈ ਮੇਰੇ 'ਚ ਲੱਗੀ ਹੋਵੇ। ਮੈਂ ਫਿਰ ਆਪਣੇ ਧਿਆਨ ਕਿਤਾਬਾਂ ਦੇਖਣ ਲੱਗੀ। ਕੁਝ ਪਲ ਮਗਰੋਂ ਕਿਸੇ ਨੇ ਮਗਰੋਂ ਧੱਕਾ ਜਿਹਾ ਮਾਰਿਆ। ਮੈਂ ਤਰਬਕ ਕੇ ਦੇਖਿਆ ਉਹੀ 2 ਕੁੜੀਆਂ ਸਨ। ਮੇਰਾ ਖੂਨ ਖੌਲ ਗਿਆ। ਵਟ ਡੂ ਯੂ ਮੀਨ? ਮੈਂ ਹਰਖ ਕੇ ਕਿਹਾ। ਸ਼ੀ ਨੋਜ਼ ਇੰਗਲਿਸ਼, ਇੱਕ ਨੇ ਦੂਜੀ ਨੂੰ ਕਿਹਾ ਤੇ ਢੀਠਾਂ ਵਾਂਗ ਮੇਰੇ ਵੱਲ ਝਾਕਦੀਆਂ ਰਹੀਆਂ। ਸਿਲੀ, ਮੈਂ ਗੁੱਸੇ ਨਾਲ ਕਿਹਾ। ਤੂੰ ਸਾਡੇ ਮੁਲਕ ਕਿਉਂ ਆਈ ਹੈ? ਇੱਕ ਨੇ ਮੈਨੂੰ ਅੰਗਰੇਜ਼ੀ 'ਚ ਪੁੱਛਿਆ। ਤੈਨੂੰ ਇਸ ਨਾਲ ਕੀ? ਮੈਂ ਕਿਹਾ, ਇਹ ਸਾਡਾ ਮੁਲਕ ਹੈ, ਇਸ ਲਈ ਸਾਨੂੰ ਇਸ ਨਾਲ ਹੈ, ਉਹ ਬੋਲੀ। ਕੁਝ ਹੋਰ ਜਾਣਨ ਦੇ ਖਿਆਲ ਨਾਲ ਮੈਂ ਕਿਹਾ, ਮੈਂ ਸੈਰ ਕਰਨ ਆਈ ਹਾਂ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਈ ਹਾਂ ਹਿੰਦੁਸਤਾਨ ਤੋਂ। ਬਕਵਾਸ ਹੈ, ਤੁਸੀਂ ਕਾਲੇ ਲੋਕ ਸਾਰੇ ਝੂਠੇ ਹੁੰਦੇ ਹੋ। ਤੁਸੀਂ ਮੰਗਤਿਆਂ ਦੇ ਦੇਸ਼ ਦੇ ਲੋਕ ਕਿਤੇ ਸੈਰ ਕਰਨ ਕਿਵੇਂ ਜਾ ਸਕਦੇ ਹੋ? ਸੈਰ ਤਾਂ ਬਹਾਨਾ ਹੁੰਦਾ ਇੱਧਰ ਆ ਕੇ ਰਹਿ ਜਾਣ ਦਾ। ਰਿਸ਼ਤੇਦਾਰਾਂ ਨੂੰ ਕੋਈ ਨਹੀਂ ਮਿਲਣ ਆਉਂਦਾ, ਉਹ ਨੱਕ ਚੜ੍ਹਾ ਕੇ ਬੋਲੀ। ਮੇਰੇ ਹਸਬੈਂਡ ਇੰਡੀਆ ਯੂਨੀਵਰਸਿਟੀ 'ਚ ਪੜ੍ਹਾਉਂਦੇ ਨੇ ਅਤੇ ਸਾਨੂੰ ਇੱਥੇ ਆ ਕੇ ਮਜ਼ਦੂਰ ਬਣਨ ਦੀ ਕੀ ਲੋੜ ਹੈ? ਤੁਸੀਂ ਵੀ ਤਾਂ ਹਿੰਦੁਸਤਾਨ ਦੇਖਣ ਦੇ ਲਈ ਜਾਂਦੇ ਹੋ, ਉਸੇ ਤਰ੍ਹਾਂ ਮੈਂ ਆ ਗਈ। ਇਹ ਤਾਂ ਹਰ ਇੱਕ ਹਿੰਦੁਸਤਾਨੀ ਅਤੇ ਪਾਕਿਸਤਾਨੀ ਆਖਦਾ ਹੈ। ਉੱਥੇ ਸਾਡੀਆਂ ਜ਼ਮੀਨਾਂ ਨੇ, ਬਾਗ ਨੇ, ਘਰ ਨੇ, ਅਤੇ ਫਿਰ ਵੀ ਇੱਧਰ ਨੂੰ ਨੱਠੇ ਆਉਂਦੇ ਨੇ ਅਤੇ ਇੱਕ ਵਾਰੀ ਆ ਕੇ ਜਾਂਦੇ ਕਿਹੜਾ ਨੇ ਮੁੜ ਕੇ। ਗੰਦ ਪਾ ਛੱਡਿਆ ਮੁਲਕ 'ਚ। ਹਾਰ ਕੇ ਸਾਡੇ ਆਪਣੇ ਲੋਕ ਮੁਲਕ ਛੱਡ ਕੇ ਜਾਣ ਲੱਗ ਪਏ ਨੇ। ਫਿਰ ਮੁਜ਼ਾਹਰੇ ਕਰਨਗੇ, ਹੱਕ ਮੰਗਣਗੇ ਵੀ ਜੇ ਦੁਖੀ ਹੋ ਤਾਂ ਆਪਣੇ ਦੇਸ਼ ਚਲੇ ਜਾਓ। ਟੈਡੀ ਬੁਆਇਜ਼ ਦੇ ਸਕਿਨ ਹੈਡਸ ਨੇ ਕੁਝ ਚਿਰ ਚੰਗਾ ਫੈਂਟਾ ਲਾਇਆ ਸੀ, ਪਰ ਸਾਡੀ ਗੌਰਮੈਂਟ ਹੀ ਨਿਕੰਮੀ ਹੈ। ਨਹੀਂ ਤਾਂ ਆਖੇ ਅਸੀਂ ਰਾਜ ਕਰਦੇ ਤੁਹਾਡਾ ਮੁਲਕ ਛੱਡ ਆਏ ਹਾਂ, ਤੁਸੀਂ ਕਿਉਂ ਚੰਬੜੇ ਹੋ ਸਾਨੂੰ? ਹਾਂ, ਮੈਂ ਵੀ ਸੋਚਦੀ ਹਾਂ ਐਡੀ ਬੇਈਮਾਨੀ ਕਰਵਾਉਣ ਨਾਲੋਂ ਘਰ ਥੋੜ੍ਹੀ ਨਾਲ ਸਾਰ ਲੈਣਾ ਚੰਗਾ। ਕਹਿੰਦੇ ਤਾਂ ਸਾਰੇ ਹੀ ਇਹ ਨੇ, ਪਰ ਜਾਂਦਾ ਕੋਈ ਨਹੀਂ। ਤੂੰ ਵੀ ਨਹੀਂ ਜਾਣਾ, ਉਹਨੇ ਵਿਅੰਗ ਨਾਲ ਕਿਹਾ। ਕਦੇ ਮੇਰੇ ਦੇਸ਼ ਆਈ, ਤੈਨੂੰ ਪਤਾ ਲੱਗੂ ਮਹਿਮਾਨਾਂ ਨਾਲ ਕਿਵੇਂ ਵਰਤੀਦਾ। ਹਾਂ, ਮੈਂ ਅਗਲੇ ਸਾਲ ਜਾਵਾਂਗੀ, ਹੈ ਨਾ ਜੇਨ? ਮੈਂ ਦੇਖਣਾ ਚਾਹੁੰਦੀ ਹਾਂ ਸਪੇਰੇ, ਜੋਤਸ਼ੀ, ਮੰਗਤੇ ਅਤੇ ਇੰਦਰਾ ਗਾਂਧੀ। ਪਿਛਲੇ ਮਹੀਨੇ ਤੇਰੇ ਦੇਸ਼ ਦੇ ਹੜ੍ਹ ਪੀੜਤਾਂ ਲਈ ਨੱਕੋ ਮਰੀਅਮ ਚੰਦਾ ਮੰਗਣ ਆਈ ਸੀ ਤਾਂ ਮੈਂ ਪੂਰਾ ਪੌਂਡ ਦਿੱਤਾ ਸੀ, ਹੈ ਨਾ ਜੇਨ? ਉਹਨੇ ਨਾਲ ਦੀ ਕੁੜੀ ਵੱਲ ਝਾਕ ਕੇ ਕਿਹਾ, ਜਿਹੜੀ ਹੁਣ ਤੱਕ ਬਿਲਕੁਲ ਚੁੱਪ ਰਹੀ ਸੀ। ਕਈ ਲਿਫਾਫੇ ਹੱਥ ਫੜੀ ਬੱਚਿਆਂ ਨਾਲ ਉੱਧਰੋਂ ਨੀਰਜਾ ਉਤਰੀ ਆ ਰਹੀ ਸੀ। ਉਹਨਾਂ ਵਰਗੀ ਗੋਰੀ ਚਿੱਟੀ, ਉੱਚੀ ਲੰਮੀ, ਉਹਨਾਂ ਵਰਗੇ ਕੱਪੜੇ ਪਾਈ। ਉਹ ਬੜੇ ਰੋਹਬ ਨਾਲ ਆਖਣ ਲੱਗੀ, ਕੀ ਗੱਲ ਹੈ? ਜਾਣਦੀ ਹੋ ਇਹ ਲੇਖਕ ਹੈ, ਸਭ ਕੁਝ ਕਿਸੇ ਕਿਤਾਬ 'ਚ ਲਿਖ ਦੂ ਤੁਹਾਡੇ ਬਾਰੇ। ਗੈਟ ਲੌਸਟ। ਹਾਂ, ਜ਼ਰੂਰ ਲਿਖ ਦੇਵੇ ਕਿ ਅਸੀਂ ਕਾਲਿਆਂ ਲੋਕਾਂ ਨੂੰ ਨਫ਼ਰਤ ਕਰਦੇ ਹਾਂ ਅਤੇ ਅਸੀਂ ਚਾਹੁੰਦੇ ਹਾਂ ਸਾਡਾ ਮੁਲਕ ਛੱਡ ਜਾਣ। ਸਾਡੇ ਦੇਸ਼ ਹਜ਼ਾਰਾਂ ਹੀ ਗੋਰੇ ਅਜੇ ਹੈਗੇ ਨੇ, ਪਹਿਲਾਂ ਉਹਨਾਂ ਨੂੰ ਉੱਥੋਂ ਕੱਢੋ ਅਤੇ ਨਾਲੇ ਇੰਨੇ ਸਾਲ ਜਿਹੜਾ ਸਾਡੇ ਮੁਲਕ 'ਚ ਰਹਿ ਕੇ ਆਏ ਹੋ। ਨੀਰਜਾ ਬੜੇ ਰੋਹਬ ਨਾਲ ਆਖ ਰਹੀ ਸੀ। ਅਸੀਂ ਤਾਂ ਤੁਹਾਡਾ ਮੁਲਕ ਸੁਆਰ ਦਿੱਤਾ ਅਤੇ ਤੁਸੀਂ ਇੱਥੇ ਗੰਦ ਪਾ ਰਹੇ ਹੋ। ਓਵਰ ਟਾਈਮ ਲਈ ਰਿਸ਼ਵਤਾਂ, ਨੌਕਰੀ ਲਈ ਝੂਠ, ਇਮੀਗ੍ਰੇਸ਼ਨ ਲੈਣ ਲਈ ਝੂਠੇ ਵਿਆਹ, ਝੂਠੇ ਇਸ਼ਕ, ਝੂਠੀਆਂ ਰਿਸ਼ਤੇਦਾਰੀਆਂ। ਕਿੰਨੇ ਝੂਠੇ ਲੋਕ ਹੋ ਤੁਸੀਂ। ਜਿਵੇਂ ਸਾਡੇ ਮੁਲਕ 'ਚ ਲੋਕ ਸੋਚਦੇ ਨੇ ਹਰੇਕ ਅੰਗਰੇਜ਼ ਕੁੜੀ ਵੇਸਵਾ ਹੁੰਦੀ ਹੈ, ਉਸੇ ਤਰ੍ਹਾਂ ਤੁਸੀਂ ਸਾਡੇ ਲੋਕਾਂ ਬਾਰੇ ਕੁਝ ਵਿਚਾਰ ਬਣਾਏ ਹੋਏ ਨੇ। ਉਹ ਭੈਣ ਜੀ, ਬਿੱਲਾ ਆ ਰਿਹਾ, ਚਲੋ ਚੱਲੀਏ। ਅੱਛਾ, ਬਾਏ। ਆਖ ਨੀਰਜਾ ਤੁਰ ਪਈ, ਪਰ ਉਹ ਦੋਵੇਂ ਕੁੜੀਆਂ ਉਸੇ ਤਰ੍ਹਾਂ ਸਾਡੇ ਵੱਲ ਵੇਖ ਰਹੀਆਂ ਸਨ। ਮੇਰਾ ਮੂੰਹ ਜਿਵੇਂ ਕਸੈਲਾ ਹੋ ਗਿਆ। ਗਲਾਸਗੋ ਪਹੁੰਚ ਕੇ ਮੈਂ ਗੀਤਾ ਨੂੰ ਫੋਨ ਕੀਤਾ। ਘੰਟੀ ਖੜਕਦੀ ਰਹੀ, ਫੋਨ ਕਿਸੇ ਨੇ ਨਹੀਂ ਚੁੱਕਿਆ। ਅਸਲ 'ਚ ਗੱਲ ਕੀ ਹੈ? ਲੱਗਦੀ ਤਾਂ ਤੁਹਾਡੀ ਸਹੇਲੀ ਇੰਟੈਲੀਜੈਂਟ ਹੈ, ਨੀਰਜਾ ਨੇ ਮੈਨੂੰ ਪਰੇਸ਼ਾਨ ਜਿਹੀ ਹੋਈ ਦੇਖ ਕੇ ਪੁੱਛਿਆ। ਮੈਂ ਕੋਈ ਉੱਤਰ ਨਾ ਦਿੱਤਾ। ਕਿਉਂ ਛੁਪਾਉਂਦੇ ਹੋ? ਮੈਂ ਸਭ ਸਮਝਦੀ ਹਾਂ। ਔਰਤ ਐਡੀ ਪਰੇਸ਼ਾਨ ਹੀ ਤਦ ਹੁੰਦੀ ਹੈ ਜਦੋਂ ਬੰਦਾ ਉਹਨੂੰ ਰਿਜੈਕਟ ਕਰਦਾ ਹੈ, ਜਿਹਨੂੰ ਉਹ ਦਿਲੋਂ ਪਿਆਰ ਕਰਦੀ ਹੁੰਦੀ ਹੈ, ਉਹ ਬੋਲੇ। ਹਾਂ, ਉਹ ਆਪਣੇ ਪਤੀ ਨੂੰ ਬਹੁਤ ਪਿਆਰ ਕਰਦੀ ਹੈ। ਗਲਤੀ ਹੈ ਫਿਰ? ਤੁਸੀਂ ਕਿਸੇ ਨੂੰ ਇੰਨਾ ਅਧਿਕਾਰ ਹੀ ਕਿਉਂ ਦਿਓ ਕਿ ਅਗਲਾ ਤੁਹਾਡੀ ਇਹ ਹਾਲਤ ਕਰ ਸਕੇ? ਇੱਥੋਂ ਦੀ ਔਰਤ ਹੁੰਦੀ, ਉਹਨੇ ਆਖਣਾ ਸੀ ਹੈਲ ਵਿਦ ਯੂ, ਗੈਟ ਲੌਸਟ, ਅਤੇ ਸੋਚ ਲੈਣਾ ਸੀ ਕਿ ਬੰਦਾ ਮੇਰੇ ਪਿਆਰ ਦੇ ਯੋਗ ਹੀ ਨਹੀਂ। ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਬੰਦਾ ਇਉਂ ਕਿਉਂ ਭਟਕ ਜਾਂਦਾ ਹੈ। ਮੈਂ ਕਿਹਾ। ਨੀਰਜਾ ਦੀ ਥਾਂ ਇਸ ਗੱਲ ਦਾ ਜਵਾਬ ਹਰਚੰਦ ਨੇ ਦਿੱਤਾ ਅਤੇ ਆਖਣ ਲੱਗਾ, ਕਈ ਵਾਰ ਸ਼ੁਰੂ 'ਚ ਬੰਦੇ ਨੂੰ ਜਦੋਂ ਪਤਾ ਨਹੀਂ ਹੁੰਦਾ, ਕਿਸੇ ਗਲਤ ਔਰਤ ਨੂੰ ਮਨ 'ਚ ਵਸਾ ਲੈਂਦਾ, ਉਹ ਮਿਲਦੀ ਨਹੀਂ ਅਤੇ ਬਸ ਭਟਕਦਾ ਰਹਿੰਦਾ। ਗਲਤ ਔਰਤ ਤੋਂ ਤੇਰਾ ਕੀ ਮਤਲਬ? ਮੈਂ ਪੁੱਛਿਆ। ਅਪਹੁੰਚ ਔਰਤ, ਕੋਈ ਮਾਸੀ, ਫੁੱਫੀ, ਕਜ਼ਨ, ਗੁਆਂਢਣ, ਦੋਸਤ, ਮਿੱਤਰ ਦੀ ਵਹੁਟੀ ਹੋ ਸਕਦੀ ਹੈ। ਕਈ ਵਾਰੀ ਇਹ ਗੱਲ ਉਸ ਔਰਤ ਨੂੰ ਵੀ ਨਹੀਂ ਦੱਸਣ ਜੋਗਾ ਹੁੰਦਾ ਅਤੇ ਬਸ ਮਨ ਹੀ ਮਨ 'ਚ ਉਹਦੇ ਦੁਆਲੇ ਭੌਂਦਾ ਰਹਿੰਦਾ। ਤੂੰ ਤਾਂ ਇਉਂ ਗੱਲਾਂ ਕਰਦਾ ਜਿਵੇਂ ਆਪਣੀ ਤਜਰਬਾ ਹੋਵੇ। ਇਹ ਠੀਕ ਹੈ ਭੈਣ ਜੀ ਕਿ ਮੈਨੂੰ ਪਤਾ ਹੈ ਜਸਵਿੰਦਰ ਨਾਲ ਜੇ ਮੇਰਾ ਵਿਆਹ ਹੋ ਜਾਂਦਾ, ਮੈਂ 30 ਦਿਨ ਉਹ ਤੋਂ ਅੱਕ ਜਾਣਾ ਸੀ। ਸਾਡੀ ਉੱਕਾ ਹੀ ਨਹੀਂ ਸੀ ਬਣਨੀ।
ਹੁਣ ਜਦੋਂ ਵੀ ਯਾਦ ਆਉਂਦੀ ਹੈ ਤਾਂ ਸਭ ਕੁਝ ਜਾਣਦੇ ਬੁੱਝਦੇ ਹੋਏ ਵੀ ਤੇ ਉਹਦੇ ਬਾਵਜੂਦ ਵੀ ਕਿ ਨੀਰਜਾ ਨਾਲ ਉਹਦਾ ਮੁਕਾਬਲਾ ਹੀ ਕੀ ਹੈ। ਪਿੰਡੇ 'ਚੋਂ ਇੱਕ ਸੇਕ ਜਿਹਾ ਨਿਕਲ ਜਾਂਦਾ ਹੈ। ਹਰਚੰਦ ਨੇ ਨੀਰਜਾ ਵੱਲ ਝਾਕ ਕੇ ਕਿਹਾ। ਕੁਝ ਪਲ ਚੁੱਪ ਵਰਤੀ ਰਹੀ। ਪਰ ਤੁਸੀਂ ਐਡੇ ਪਰੇਸ਼ਾਨ ਕਾਹਦੇ ਲਈ ਹੋ ਰਹੇ ਹੋ? ਤੁਹਾਡੇ ਪ੍ਰੋਫੈਸਰ ਸਾਹਿਬ ਤਾਂ ਬੜੇ ਨੇਕ ਸੁਣੀਂਦੇ ਨੇ। ਨੀਰਜਾ ਨੇ ਹੱਸ ਕੇ ਕਿਹਾ। ਮੈਂ ਵੀ ਹੱਸ ਪਈ। ਪਰ ਭੈਣ ਜੀ, ਨਿੱਤ ਨਵੀਆਂ ਕੁੜੀਆਂ ਵੇਖ ਕੇ ਪ੍ਰੋਫੈਸਰਾਂ ਦੇ ਸਿਰ ਚਕਰਾ ਜਾਂਦੇ ਹੁੰਦੇ ਨੇ, ਖਿਆਲ ਰੱਖਣਾ। ਨੀਰਜਾ ਨੇ ਫਿਰ ਮਜ਼ਾਕ ਕੀਤਾ। ਇਹੋ ਜਿਹੀ ਕੋਈ ਗੱਲ ਹੋਈ ਤਾਂ ਤੁਸੀਂ ਮੈਨੂੰ ਦੱਸਿਓ ਭੈਣ ਜੀ, ਹਰਚੰਦ ਬੋਲਿਆ। ਤੂੰ ਕੀ ਕਰੇਂਗਾ ਫਿਰ? ਮੈਂ ਹੱਸ ਕੇ ਪੁੱਛਿਆ। ਇਹ ਪਹਿਲਾਂ ਨਹੀਂ ਦੱਸੀਦਾ ਹੁੰਦਾ, ਆਖਦਾ ਹਰਚੰਦ ਟੈਲੀਫੋਨ ਸੁਣਨ ਚਲਾ ਗਿਆ। ਘੰਟੀ ਖੜਕ ਰਹੀ ਸੀ। ਸ਼ਰਨ ਹੈ, ਘਰ ਭੁੱਲਿਆ ਫਿਰਦਾ ਸੀ। ਗਲਾਸਗੋ ਪਹੁੰਚ ਕੇ ਸਮਝਾਤਾ। 10 ਮਿੰਟਾਂ 'ਚ ਪਹੁੰਚ ਰਹੇ ਨੇ। ਵਾਪਸ ਆ ਕੇ ਹਰਚੰਦ ਨੇ ਨੀਰਜਾ ਨੂੰ ਦੱਸਿਆ। ਸ਼ਰਨ ਕੌਣ ਹੈ? ਮੈਂ ਪੁੱਛਿਆ। ਨੀਰਜਾ ਦੀ ਸਹੇਲੀ ਜੀਤ ਦਾ ਘਰ ਵਾਲਾ। ਉਂਝ ਉਹ ਕਵੀ ਵੀ ਹੈ। ਕੀ ਕਰਨ ਆ ਰਹੇ ਨੇ ਇੱਥੇ? ਸਾਨੂੰ ਮਿਲਣ ਆ ਰਹੇ ਨੇ, ਪਰ ਹੁਣ ਤਾਂ ਅਸੀਂ ਆਖਾਂਗੇ ਕਿ ਉਹ ਤੁਹਾਨੂੰ ਮਿਲਣ ਆ ਰਹੇ ਨੇ, ਹਰਚੰਦ ਬੋਲਿਆ। ਨਾਲੇ ਆਖਦੇ ਨੇ ਇੱਥੇ ਲੋਕ ਬਹੁਤਾ ਸਾਡੇ ਮਿਲਦੇ ਗਿਲਦੇ ਨਹੀਂ। ਮੈਂ ਪੁੱਛਿਆ। ਸਾਡੇ ਮਹਿਮਾਨ ਬਥੇਰੇ ਆਉਂਦੇ ਨੇ। ਨੀਰਜਾ ਨੇ ਆਖ ਤਾਂ ਦਿੱਤਾ, ਪਰ ਝੇਂਪ ਜੀ ਗਈ। ਮੈਂ ਵੀ ਤਾਂ ਉਹਨਾਂ ਕੋਲ ਆਈ ਹੋਈ ਸੀ। ਇੰਨੇ ਨੂੰ ਸ਼ਰਨ ਹੋਰੀ ਪਹੁੰਚ ਗਏ। ਸ਼ਰਨਜੀਤ ਦੇ 2 ਬੱਚੇ। ਮੈਂ ਇਹਨਾਂ ਨੂੰ ਪਹਿਲੀ ਵਾਰੀ ਮਿਲੀ ਸੀ, ਪਰ ਲੱਗਦਾ ਸੀ ਇਹ ਤਾਂ ਜਿਵੇਂ ਘਰ ਦੇ ਹੀ ਬੰਦੇ ਸਨ। ਚਾਹ ਪੀ ਕੇ ਉਹਨਾਂ ਦੇ ਬੱਚੇ ਮੇਰੇ ਵੱਲ ਵੇਖਦੇ ਰਹੇ। ਚਾਹ ਪੀ ਕੇ ਮੈਂ ਮੂੰਹ ਹੱਥ ਧੋਣ ਗੁਸਲਖਾਨੇ 'ਚ ਗਈ ਤਾਂ ਉਹਨਾਂ ਦੀ ਧੀ ਲੱਕੀ ਮੇਰੇ ਮਗਰ ਹੀ ਆ ਗਈ। ਤੁਸੀਂ ਕੌਣ ਹੋ? ਉਹਨੇ ਅਚਾਨਕ ਮੈਨੂੰ ਪੁੱਛਿਆ। ਮੈਨੂੰ ਗੱਲ ਨਾ ਔੜੀ ਤੇ ਮੈਂ ਹੱਸ ਪਈ। ਤੇਰਾ ਲੱਕੀ ਸੂਟ ਬੜਾ ਵਧੀਆ। ਮੈਂ ਗੱਲ ਬਦਲੀ। ਮੇਰੇ ਮੰਮੀ ਦੇ ਬ੍ਰਦਰ ਨੇ ਇੰਡੀਆ ਤੋਂ ਭੇਜਿਆ, ਉਹ ਬੋਲੀ। ਮਾਮਾ ਜੀ ਆਖਣ ਦੀ ਥਾਂ ਲੱਕੀ ਨੇ ਜਦੋਂ ਮੇਰੀ ਮੰਮੀ ਦਾ ਬ੍ਰਦਰ ਆਖਿਆ ਤਾਂ ਮੈਨੂੰ ਇਹਨਾਂ ਮੁਲਕਾਂ 'ਚ ਰਿਸ਼ਤਿਆਂ ਦੀ ਸੀਮਾ ਸਮਝ ਆ ਗਈ। ਤੁਸੀਂ ਕੌਣ ਹੋ? ਉਹਨੇ ਮੈਨੂੰ ਫੇਰ ਪੁੱਛਿਆ। ਇੱਕ ਗਹਿਰੇ ਰਿਸ਼ਤਿਆਂ ਵਾਲੇ ਦੇਸ਼ 'ਚ ਪਲੀ ਉਸ 9 ਕੁ ਸਾਲ ਦੀ ਬੱਚੀ ਨੂੰ ਗੱਲ ਉਹਦੀ ਸਮਝ 'ਚ ਆ ਸਕਣ ਵਾਲੀ ਬਣਾ ਕੇ ਦੱਸਿਆ। ਮੈਂ ਤੇਰੇ ਡੈਡੀ ਦੀ ਭੈਣ ਆ। ਉਹ 2 ਪਲ ਹੈਰਾਨ ਹੋਈ ਮੇਰੇ ਵੱਲ ਵੇਖਦੀ ਰਹੀ। ਮੈਂ ਮੂੰਹ ਹੱਥ ਧੋ ਕੇ ਡਰਾਇੰਗ ਰੂਮ 'ਚ ਆ ਗਈ ਤੇ ਲੱਕੀ ਵੀ ਆ ਗਈ। ਤੁਸੀਂ ਡੈਡੀ ਦੱਸਿਆ ਕਿਉਂ ਨਹੀਂ ਕਿ ਇੰਡੀਆ ਤੁਹਾਡੀ ਕੋਈ ਭੈਣ ਹੈ? ਲੱਕੀ ਨੇ ਜਦੋਂ ਪੁੱਛਿਆ ਤਾਂ ਸ਼ਰਨ ਪਲ ਦੇ ਪਲ ਹੀ ਮੇਰੇ ਵੱਲ ਵੇਖ ਕੇ ਚੁੱਪ ਕਰ ਰਿਹਾ। ਭੈਣ ਲਫ਼ਜ਼ ਦੇ ਅਰਥ ਉਹ ਸਮਝਦਾ ਸੀ, ਇਸੇ ਲਈ ਉਹ ਗੁਆਚ ਗਿਆ ਸੀ। ਤੁਸੀਂ ਡੈਡੀ ਦੱਸਿਆ ਕਿਉਂ ਨਹੀਂ ਸੀ? ਲੱਕੀ ਮੇਰਾ ਹੱਥ ਫੜ ਕੇ ਆਪਣੇ ਡੈਡੀ ਨੂੰ ਪੁੱਛ ਰਹੀ ਸੀ। ਇੰਨੇ ਚਿਰ ਨੂੰ ਸ਼ਰਨ ਦਾ ਕਵੀ ਮਨ ਕਈ ਪੰਧ ਤੈਅ ਕਰ ਆਇਆ। ਬਹੁਤ ਦੂਰ ਪਿਛਾਂ ਰਹਿ ਗਏ ਤੇ ਮਰ ਮੁੱਕ ਗਏ ਮਾਪੇ ਕਿਧਰੇ ਬਚਪਨ ਵਿੱਚ ਹੀ ਗੁਆਚ ਗਏ ਸਨ। ਕੱਲੀ ਕਾਰੀ ਜਿੰਦੋ ਆਪਣੇ ਆਪ, ਉਹ ਆਪੇ ਆਪਣਾ ਭਰਾ ਸੀ, ਆਪੇ ਆਪਣੀ ਭੈਣ ਸੀ। ਤੇ ਅੱਜ ਇੰਨੇ ਵਰ੍ਹਿਆਂ ਮਗਰੋਂ ਜਦੋਂ ਉਹ ਸਭ ਕੁਝ ਭੁੱਲ ਭੁਲਾ ਗਿਆ ਸੀ, ਕੌਣ ਸੀ ਇਹ ਲੜਕੀ ਜਿਹਨੇ ਉਹਦੀ ਧੀ ਨੂੰ ਆਖਿਆ ਸੀ ਮੈਂ ਤੇਰੇ ਡੈਡੀ ਦੀ ਭੈਣ ਆ? ਤੁਸੀਂ ਡੈਡੀ ਦੱਸਿਆ ਕਿਉਂ ਨਹੀਂ ਸੀ ਕਿ ਇੰਡੀਆ ਤੁਹਾਡੀ ਇੱਕ ਭੈਣ ਹੈ? ਲੋਕੀ ਅਜੇ ਵੀ ਪੁੱਛ ਰਹੇ ਸਨ। ਮੈਂ ਸੋਚਿਆ ਤੂੰ ਆਖੇਂਗੀ ਹੁਣੇ ਉਹਨੂੰ ਮਿਲਣਾ ਹੈ, ਇੱਥੇ ਬੁਲਾਓ, ਪਰ ਏਡੀ ਛੇਤੀ ਇਹਨਾਂ ਨੇ ਆ ਨਹੀਂ ਸਕਣਾ, ਇਸ ਲਈ ਨਹੀਂ ਸੀ ਦੱਸਿਆ। ਉਹਨੇ ਲੱਕੀ ਨੂੰ ਦੱਸਿਆ। ਇਹਨਾਂ ਮੁਲਕਾਂ 'ਚ ਲੋਕ ਝੂਠ ਨਹੀਂ ਬੋਲਦੇ। ਲੱਕੀ ਨੇ ਵੀ ਸੱਚ ਮੰਨ ਲਿਆ। ਉਹਨੇ ਮਨਦੀਪ ਆਪਣੇ ਛੋਟੇ ਭਰਾ ਨੂੰ ਵੀ ਇਹ ਗੱਲ ਦੱਸੀ। ਆਂਟੀ ਤਾਂ ਫਿਰ ਸਾਡੀ ਹੈ, ਅਸੀਂ ਜਾਂਦੇ ਹੋਏ ਨਾਲ ਲੈ ਕੇ ਚੱਲਾਂਗੇ। ਉਹਨਾਂ ਨੇ ਆਪੇ ਸਲਾਹ ਵੀ ਬਣਾ ਲਈ। ਇਹ ਤੋਂ ਪਿੱਛੋਂ ਅਸੀਂ ਸੈਰ ਨੂੰ ਜਾਂਦੇ। ਲੱਕੀ ਤੇ ਮਨਦੀਪ ਸੱਜੇ ਖੱਬੇ ਹੁੰਦੇ। ਮੈਂ ਰੋਟੀ ਖਾਣੀ, ਉਹ ਰੋਟੀ ਖਾਣ ਬੈਠ ਜਾਂਦੇ। ਮੈਂ ਨਹਾਉਂਦੀ, ਲੱਕੀ ਗੁਸਲਖਾਨੇ ਦੇ ਬਾਹਰ ਖੜੀ ਰਹਿੰਦੀ। ਲੱਗਦਾ ਸੀ ਜਿਵੇਂ ਉਹਨੂੰ ਲੱਗਿਆ ਕਿ ਏਡੀ ਵੱਡੀ ਦੁਨੀਆ ਵਿੱਚੋਂ ਅਚਾਨਕ ਸਾਨੂੰ ਸਾਡੀ ਆਂਟੀ ਲੱਭੀ ਹੈ। ਕਿਧਰੇ ਫੇਰ ਏਡੀ ਵੱਡੀ ਦੁਨੀਆ 'ਚ ਗੁੰਮ ਨਾ ਹੋ ਜਾਏ ਕਿ ਮੁੜ ਕੇ ਲੱਭੇ ਹੀ ਨਾ। ਇਹਨਾਂ ਮੁਲਕਾਂ 'ਚ ਭੈਣ ਜੀ ਬੱਚੇ ਪਿਆਰ ਨੂੰ ਵੀ ਤਰਸ ਜਾਂਦੇ ਨੇ, ਜੀਤ ਬੋਲੀ। ਸ਼ਰਨ ਚੁੱਪ ਕੀਤਾ ਬੱਚਿਆਂ ਵੱਲ ਵੇਖਦਾ ਰਹਿੰਦਾ ਤੇ ਸੋਚਦਾ ਮੇਰੀ ਇਹ ਘਾਟ ਬੱਚਿਆਂ 'ਚ ਕਿਵੇਂ ਚਲੀ ਗਈ। ਮੈਂ ਤੇ ਜੀਤ ਤਾਂ ਇਹਨਾਂ ਦਾ ਇੰਨਾ ਖਿਆਲ ਰੱਖਦੇ ਹਾਂ। ਅਚਾਨਕ ਇੱਕ ਦਿਨ ਦੁਪਹਿਰੇ ਗੀਤਾ ਦੇ ਪਾਪਾ ਦਾ ਫੋਨ ਆਇਆ। ਗੀਤਾ ਨੂੰ ਹਸਪਤਾਲ ਵਿੱਚ ਇਲੈਕਟ੍ਰਿਕ ਸ਼ੌਕ ਲੱਗ ਰਹੇ ਨੇ। ਬੇਹੋਸ਼ੀ 'ਚ ਕਦੇ ਕਦੇ ਤੇਰਾ ਨਾਂ ਵੀ ਲੈਂਦੀ ਹੈ। ਡਾਕਟਰ ਆਖਦਾ ਹੈ ਜੇ ਤੂੰ ਆ ਸਕੇ, ਉਹ ਕੁਝ ਗੱਲਾਂ ਪੁੱਛਣੀਆਂ ਚਾਹੁੰਦਾ ਹੈ। ਮੈਂ ਰਿਟਰਨ ਟਿਕਟ ਜਹਾਜ਼ ਦੀ ਭੇਜ ਰਿਹਾ। ਟਿਕਟ ਦੀ ਕੋਈ ਨਹੀਂ, ਮੈਂ ਪਰਸੋਂ ਚੌਥੇ ਤੱਕ ਆ ਜਾਵਾਂਗੀ। ਮੈਂ ਕਿਹਾ ਟਿਕਟ ਮੈਂ ਭੇਜ ਹੀ ਦਿਆਂਗਾ। ਗੀਤਾ ਦੇ ਪਾਪਾ ਨੇ ਕਿਹਾ। ਉਹ ਡਾਢਾ ਪਰੇਸ਼ਾਨ ਜਾਪਦਾ ਸੀ। ਮੈਂ ਨੀਰਜਾ ਨੂੰ ਦੱਸਿਆ। ਦੇਖ ਲਓ, ਜਿੰਨੇ ਦਿਨ ਬਾਹਰ ਲਾ ਕੇ ਆਓਗੇ ਉਨੇ ਦਿਨ ਵੱਧ ਇੱਥੇ ਹੋਰ ਰੱਖਾਂਗੇ, ਉਹ ਬੋਲੀ। ਗੀਤਾ ਜੇ ਬਿਮਾਰ ਨਾ ਹੁੰਦੀ ਤਾਂ ਥੋੜ੍ਹੇ ਮੈਂ ਜਾਣਾ ਸੀ। ਨਹੀਂ, ਅਸੀਂ ਤਾਂ ਆਂਟੀ ਨੂੰ ਨਾਲ ਲੈ ਕੇ ਜਾਵਾਂਗੇ, ਲੱਕੀ ਬਿਨਾਂ ਗੱਲ ਸਮਝਿਆ ਹੀ ਬੋਲੀ। ਆਹੋ, ਅਸੀਂ ਤਾਂ ਭੈਣ ਜੀ ਨੂੰ
ਨਾਲ ਲੈਣ ਆਏ ਹਾਂ। ਜੀਤ ਜੀ ਨੂੰ ਮੌਕਾ ਸੰਭਾਲਣ ਦੀ ਬੜੀ ਜਾਚ ਹੈ, ਬੋਲੀ। ਮੈਂ ਜੀਤ ਹੋਰਾਂ ਨਾਲ ਲੰਡਨ ਆ ਗਈ। ਲੱਕੀ ਤੇ ਮਨਦੀਪ ਨੂੰ ਲੱਗਦਾ ਸੀ ਉਹ ਆਪਣੀ ਆਂਟੀ ਨੂੰ ਕਿਸੇ ਦੇ ਘਰ ਭਲਾ ਕਿਵੇਂ ਛੱਡ ਆਉਂਦੇ। ਬਾਜ਼ਾਰ ਗਏ। ਮੈਂ ਲੱਕੀ ਤੇ ਮਨਦੀਪ ਨੂੰ ਨਿੱਕੇ ਨਿੱਕੇ ਖਿਡੌਣੇ ਲੈ ਕੇ ਦਿੱਤੇ। ਮੰਮੀ, ਆਂਟੀ ਨੇ ਆਪਣੇ ਪੈਸੇ ਖਰਚ ਕੇ ਸਾਨੂੰ ਖਿਡੌਣੇ ਲੈ ਕੇ ਦਿੱਤੇ ਨੇ। ਥੈਂਕ ਯੂ ਵੈਰੀ ਮੱਚ ਆਂਟੀ, ਲੱਕੀ ਨੇ ਜੀਤ ਨੂੰ ਦੱਸਿਆ। ਆਥਣ ਤੀਕ ਉਹਨਾਂ ਖਿਡੌਣਿਆਂ ਨਾਲ ਖੇਡਦੇ ਰਹੇ। ਰਾਤ ਵੇਲੇ ਮਨਦੀਪ ਨੇ ਆਪਣੀ ਮਾਂ ਨੂੰ ਦੱਸਿਆ ਕਿ ਮੈਂ ਵੀ ਆਂਟੀ ਨੂੰ ਕੋਈ ਚੰਗਾ ਜਿਹਾ ਪ੍ਰੈਜ਼ੈਂਟ ਲੈ ਕੇ ਦੇਣਾ ਚਾਹੁੰਦਾ, ਭਾਵੇਂ ਅਜੇ ਉਹ 6 ਸਾਲ ਦਾ ਹੀ ਹੈ। ਆਖਰਕਾਰ ਤਾਂ ਉਹ ਮਰਦ ਹੈ ਨਾ। ਪ੍ਰੈਜ਼ੈਂਟ ਤਾਂ ਲੈ ਦੇ, ਪਰ ਤੇਰੇ ਕੋਲ ਪੈਸੇ ਤਾਂ ਨਹੀਂ ਹੈ, ਜੀਤ ਨੇ ਦੱਸਿਆ। ਜੇ ਆਂਟੀ ਨੂੰ ਚੰਗਾ ਜਿਹਾ ਪ੍ਰੈਜ਼ੈਂਟ ਲੈ ਕੇ ਦੇਣਾ ਹੋਵੇ ਤਾਂ ਮੈਂ ਸਵੀਟਸ ਤੇ ਲੋਲੀਪੌਪ ਕਿੰਨੇ ਦਿਨ ਨਾ ਖਾਵਾਂ ਤਾਂ ਪੈਸੇ ਕਿੰਨੇ ਹੋ ਜਾਣਗੇ? ਪੈਸੇ? ਹਾਂ, ਜੇ ਤੂੰ ਪੂਰਾ 1 ਸਾਲ ਯਾਨੀ 365 ਦਿਨ ਸਵੀਟਸ ਤੇ ਲੋਲੀਪੌਪ ਨਾ ਲਏ ਤਾਂ ਤੂੰ ਆਂਟੀ ਨੂੰ ਚੰਗਾ ਜਿਹਾ ਪ੍ਰੈਜ਼ੈਂਟ ਲੈ ਕੇ ਦੇ ਸਕਦਾ ਹੈ, ਜੀਤ ਨੇ ਆਪਣੀ ਐਨਕ ਦੇ ਸ਼ੀਸ਼ਿਆਂ ਵਿੱਚੋਂ ਵੱਡੀਆਂ ਵੱਡੀਆਂ ਅੱਖਾਂ ਪੂਰੀਆਂ ਖੋਲ੍ਹ ਕੇ ਸਮਝਾਇਆ। ਚੰਗਾ ਫਿਰ, 1 ਸਾਲ ਯਾਨੀ 365 ਦਿਨ ਮੈਂ ਸਵੀਟਸ ਤੇ ਲੋਲੀਪੌਪ ਨਹੀਂ ਲਵਾਂਗਾ। ਹਾਂ ਸੱਚ, 4 ਪੈਨਸ ਮੇਰੇ ਕੋਲ ਹੋਰ ਵੀ ਹੈਗੇ, ਉਹ ਵੀ ਪਾ ਲਓ ਵਿੱਚ। ਆਪਾਂ ਆਂਟੀ ਨੂੰ ਪ੍ਰੈਜ਼ੈਂਟ ਲੈ ਕੇ ਦਿਆਂਗੇ। ਇਉਂ ਉਹਨੇ ਆਪਣੀ ਮਾਂ ਨਾਲ ਸਲਾਹ ਬਣਾਈ। ਮੈਂ ਉਹਨਾਂ ਦੀਆਂ ਗੱਲਾਂ ਸੁਣ ਕੇ ਹੱਸਦੀ ਰਹੀ। ਸ਼ਰਨ ਨੇ ਛੁੱਟੀ ਲੈ ਲਈ। ਅਗਲੇ ਦਿਨ ਦਫ਼ਤਰ ਤੋਂ ਸ਼ਰਨ ਨੇ ਛੁੱਟੀ ਲੈ ਲਈ। ਉਹ ਸਾਰਾ ਦਿਨ ਮੈਨੂੰ ਵੇਖਣ ਯੋਗ ਥਾਵਾਂ ਵਿਖਾਉਂਦੇ ਰਹੇ। ਮਿਊਜ਼ੀਅਮ, ਆਰਟ ਗੈਲਰੀ, ਬਕਿੰਗਮ ਪੈਲੇਸ, ਆਕਸਫੋਰਡ ਤੇ ਕੈਂਬਰਿਜ ਯੂਨੀਵਰਸਿਟੀਆਂ, ਮਾਰਕਸ ਦੀ ਕਬਰ। ਕੱਲ੍ਹ ਨੂੰ ਇੱਥੇ ਕਿਤੇ ਕਿਤੇ ਚੱਲੀਏ ਭੈਣ ਜੀ? ਆਥਣੇ ਜੀਤ ਨੇ ਪੁੱਛਿਆ। ਪਰ ਜੀਤ ਆਖਦੇ ਨੇ ਕਿਸੇ ਤੋਂ 1 ਰੁਪਇਆ ਲੈ ਲਓ ਤਾਂ ਅਗਲੇ ਜਨਮ 70 ਦੇਣੇ ਪੈਂਦੇ ਨੇ। ਸ਼ਰਨ ਇੰਨੀਆਂ ਥਾਵਾਂ 'ਤੇ ਕਾਰ ਚਲਾ ਕੇ ਲੈ ਗਿਆ ਅਤੇ ਜੇ 70 ਗੁਣਾ ਇੰਨੀ ਕਾਰ ਚਲਾਉਣੀ ਪਈ ਤਾਂ ਅਗਲੇ ਜਨਮ ਮੈਨੂੰ ਤਾਂ ਇਹਦੀ ਡਰਾਈਵਰੀ ਕਰਨੀ ਪੈਣੀ ਹੈ। ਮੈਂ ਕਿਹਾ, ਖਬਰੇ ਭੈਣ ਜੀ, ਅਸੀਂ ਪਿਛਲੇ ਜਨਮ ਦਾ ਕਰਜ਼ਾ ਹੀ ਉਤਾਰ ਰਹੇ ਹੋਈਏ, ਸ਼ਰਨ ਬੋਲਿਆ। ਗੀਤਾ ਦੇ ਪਾਪਾ ਦਾ ਫੋਨ ਆਇਆ। ਉਹਨੇ ਹੁਣੇ ਮੈਨੂੰ ਲੈਣ ਆਉਣਾ ਸੀ। ਗੀਤਾ ਕੋਲ ਹਸਪਤਾਲ ਜਾਣਾ ਸੀ। ਮੈਂ ਉੱਠ ਕੇ ਤਿਆਰ ਹੋਣ ਲੱਗ ਪਈ। ਆਂਟੀ ਛੇਤੀ ਆਇਓ, ਲੱਕੀ ਮੈਨੂੰ ਆਖ ਰਿਹਾ ਸੀ। ਪਰ ਲੈਣ ਮੈਨੂੰ ਗੀਤਾ ਦੇ ਪਾਪਾ ਦੀ ਥਾਂ ਇੱਕ ਲੜਕੀ ਆਈ, ਜਿਹਨੇ ਆਪਣਾ ਨਾਮ ਸ਼ੀਲਾ ਦੱਸਿਆ ਤੇ ਕਿਹਾ, ਅੰਕਲ ਨੂੰ ਜ਼ਰੂਰੀ ਕੰਮ ਕਿਤੇ ਜਾਣਾ ਪੈ ਗਿਆ। ਉਹਨਾਂ ਮੈਨੂੰ ਆਖਿਆ ਤੁਹਾਨੂੰ ਹਸਪਤਾਲ ਛੱਡ ਆਵਾਂ, ਲੈਣ ਉਹ ਆਪੇ ਆ ਜਾਣਗੇ। ਮੈਂ ਸ਼ੀਲਾ ਦੇ ਨਾਲ ਮੋਹਰਲੀ ਸੀਟ 'ਤੇ ਬੈਠ ਗਈ। ਕੁਝ ਚਿਰ ਉਹ ਚੁੱਪ ਕੀਤੀ ਕਾਰ ਚਲਾਉਂਦੀ ਰਹੀ, ਫਿਰ ਬੋਲੀ, ਤੁਸੀਂ ਇੰਡੀਆ ਤੋਂ ਆਏ ਹੋ? ਹਾਂ, ਮੈਂ ਕਿਹਾ। ਕੀ ਕਰਨ? ਤੁਹਾਡਾ ਮੁਲਕ ਵੇਖਣ, ਮੈਂ ਹੱਸ ਕੇ ਕਿਹਾ। ਕੀ ਵੇਖਿਆ ਫਿਰ? ਮੈਂ ਦੇਖੀਆਂ ਥਾਵਾਂ ਦੇ ਨਾਂ ਗਿਣਾਏ। ਬਸ? ਉਹ ਹੱਸ ਕੇ ਬੋਲੀ। ਫਿਰ ਕੀ ਦੇਖਿਆ? ਹੋਰ ਕੀ ਦੇਖਣਾ ਸੀ? ਮੈਂ ਪੁੱਛਿਆ। ਇੱਥੇ ਲੰਡਨ 'ਚ ਇੱਕ ਥੀਏਟਰ ਹੈ ਜਿੱਥੇ ਇੱਕ ਡਰਾਮਾ 15 ਸਾਲ ਤੋਂ ਚੱਲ ਰਿਹਾ। ਉਸ 'ਚ ਸਾਰੇ ਐਕਟਰ ਤੇ ਐਕਟਰੈਸਿਸ ਆਪਣਾ ਆਪਣਾ ਪਾਰਟ ਨੈਚੁਰਲ ਡਰੈਸਿਸ ਵਿੱਚ ਕਰਦੇ ਨੇ। ਨੈਚੁਰਲ ਡਰੈਸਿਸ ਮਤਲਬ ਹੈ ਬਿਨਾਂ ਕੱਪੜਿਆਂ ਤੋਂ। ਮੈਂ ਤਾਂ ਆਖਦੀ ਹਾਂ ਦਰਸ਼ਕਾਂ ਨੂੰ ਵੀ ਨੈਚੁਰਲ ਡਰੈਸਿਸ 'ਚ ਹੀ ਦੇਖਣ ਦੇਣ, ਫਿਰ ਪਤਾ ਲੱਗਦਾ ਬੋਡੀ ਕੀ ਹੁੰਦੀ ਹੈ। ਮੈਂ ਧਿਆਨ ਨਾਲ ਉਸ ਵੱਲ ਝਾਕੀ। 16-17 ਵਰ੍ਹਿਆਂ ਦੀ ਮਿੰਨੀ ਸਕਰਟ ਤੇ ਬੁਆਈ ਕੱਟ ਵਾਲੀ ਸ਼ੀਲਾ ਕਿਹੋ ਜਿਹੀਆਂ ਗੱਲਾਂ ਕਰ ਰਹੀ ਸੀ। ਮੈਂ ਤਾਂ ਕਈ ਵਾਰ ਇੰਡੀਅਨ ਆਦਮੀਆਂ 'ਤੇ ਹੈਰਾਨ ਹੁੰਦੀ ਹਾਂ ਕਿ ਆਪਣੀਆਂ ਮੱਝਾਂ ਵਰਗੀਆਂ ਸਟੁੱਪੜ ਜਿਹੀਆਂ ਜਨਾਨੀਆਂ ਨਾਲ ਕਿਵੇਂ ਸਾਰੀ ਉਮਰ ਰਹੀ ਜਾਂਦੇ ਨੇ। ਅਤੇ ਤੁਹਾਨੂੰ ਇੱਥੇ ਰਹਿੰਦਿਆਂ ਕਿੰਨੇ ਕੁ ਸਾਲ ਹੋ ਗਏ? ਮੈਂ ਪੁੱਛਿਆ। ਮੈਂ ਪੈਦਾ ਹੀ ਇੱਥੇ ਹੋਈ ਹਾਂ। ਪੰਜਾਬੀ ਤਾਂ ਤੁਹਾਨੂੰ ਚੰਗੀ ਆਉਂਦੀ ਹੈ। ਮਾਂ ਨਾਲ ਤਾਂ ਫਿਰ ਪੰਜਾਬੀ 'ਚ ਹੀ ਗੱਲ ਕਰਨੀ ਪੈਂਦੀ ਹੈ, ਉਹਨੂੰ ਅੰਗਰੇਜ਼ੀ ਨਹੀਂ ਨਾ ਆਉਂਦੀ। ਮੇਰਾ ਮਤਲਬ ਹੈ ਪੜ੍ਹੀ ਹੋਈ ਕੁਛ ਨਹੀਂ। ਉਂਝ ਸਾਡਾ ਆਪਣਾ, ਮੇਰਾ ਮਤਲਬ ਡੈਡੀ ਦਾ ਪ੍ਰੈਸ ਵੀ ਹੈ। ਵੱਡੀ ਸਿਸਟਰ ਨੇ ਮੈਗਜ਼ੀਨਾਂ ਰਸਾਲਿਆਂ ਦੀ ਦੁਕਾਨ ਵੀ ਖੋਲ੍ਹੀ ਹੋਈ ਹੈ। ਪਹਿਲੇ ਮਾਡਲਿੰਗ ਕਰਦੀ ਸੀ, ਪਰ ਹਰਾਮੀਆਂ ਇੰਡੀਅਨਸ ਨੇ ਬੜੀਆਂ ਗੱਲਾਂ ਬਣਾਉਣੀਆਂ ਸ਼ੁਰੂ ਕਰਤੀਆਂ ਸੀ। ਪਾਪਾ ਨੂੰ ਖੱਤ ਆਉਣ ਲੱਗ ਪਏ ਐਨੋਨੀਮਸ, ਬਈ ਕੋਈ ਪੁੱਛੇ ਤੁਹਾਨੂੰ ਕੀ, ਕੋਈ ਜੋ ਮਰਜ਼ੀ ਕਰੇ। ਹਾਰ ਕੇ ਡੈਡੀ ਨੇ ਇੰਡੀਆ ਤੋਂ ਇੱਕ ਡਾਕਟਰ ਲੜਕਾ ਮੰਗਵਾ ਕੇ ਵਿਆਹ ਕਰਤਾ। ਉਹ ਵੀ ਸਾਲਾ ਹਰਾਮੀ, ਆਖੇ ਇਹ ਨਹੀਂ ਕਰਨਾ, ਉਹ ਨਹੀਂ ਕਰਨਾ, ਇੱਥੇ ਨਹੀਂ ਜਾਣਾ, ਡਰਿੰਕ ਨਹੀਂ ਕਰਨਾ, ਪਲੇਅ 'ਚ ਨਹੀਂ ਜਾਣਾ, ਕਿਸੇ ਮਰਦ ਨਾਲ ਡਾਂਸ ਨਹੀਂ ਕਰਨਾ। ਹਾਰ ਕੇ ਸਿਸਟਰ ਨੇ ਆਖਿਆ ਜਾ ਦਫਾ ਹੋ ਅਤੇ ਡਿਵੋਰਸ ਲੈ ਲਿਆ। ਇਹੋ ਜਿਹੇ ਖੋਤੇ ਨਾਲ ਤੁਸੀਂ ਕਿਵੇਂ ਜ਼ਿੰਦਗੀ ਗੁਜ਼ਾਰ ਸਕਦੇ ਹੋ, ਜਿਹਨੂੰ ਜ਼ਿੰਦਗੀ ਦੀ ਕੋਈ ਸਮਝ ਹੀ ਨਹੀਂ, ਜਿਹੜਾ ਸਮਝਦਾ ਵਹੁਟੀ ਨਾ ਹੋਈ ਮੇਡ ਸਰਵੈਂਟ ਹੋ ਗਈ ਅਤੇ ਬੱਚਿਆਂ ਲਈ ਆਇਆ। ਡਾਕਟਰ ਸਾਹਿਬ ਹੁਣ ਸਟਰੀਟ ਗਰਲਸ ਦੇ ਮਗਰ ਤੁਰੇ ਫਿਰਦੇ ਨੇ। ਇੱਕੋ ਸਾਹ ਕਿੰਨਾ ਕੁਝ ਦੱਸ ਗਈ। ਤੂੰ ਤਾਂ ਫਿਰ ਕਿਸੇ ਅੰਗਰੇਜ਼ ਨਾਲ ਵਿਆਹ ਕਰੀ, ਮੈਂ ਹੱਸ ਕੇ ਕਿਹਾ। ਕਰ ਤਾਂ ਲਵਾਂ, ਪਰ ਇਹ ਸਾਲੇ ਦੁਕਾਨਦਾਰਾਂ ਦੀ ਕੌਮ ਦਾ ਇਤਬਾਰ ਕੋਈ ਨਹੀਂ ਹੁੰਦਾ। ਮਿੰਟਾਂ 'ਚ ਤੋਤੇ ਵਾਂਗੂ ਅੱਖਾਂ ਫੇਰ ਜਾਂਦੇ ਨੇ ਜਦੋਂ ਹੋਰ ਕੋਈ ਟੱਕਰ ਜੇ। ਸਾਰੀ ਉਮਰ ਇਹ ਘਰ ਨਹੀਂ ਬਣਾਉਂਦੇ, ਫਲੈਟਾਂ 'ਚ ਹੀ ਰਹੀ ਜਾਣਗੇ। ਜਿਸ ਦਿਨ ਜੀ ਕਰੂ ਅਟੈਚੀ ਕੇਸ ਕਾਰ 'ਚ ਰੱਖ ਕੇ ਤੁਰ ਜਾਣਗੇ। ਅੰਗਰੇਜ਼ ਕੁੜੀਆਂ ਵੀ ਇਸੇ ਕਰਕੇ ਹਿੰਦੁਸਤਾਨੀਆਂ ਅਤੇ ਪਾਕਿਸਤਾਨੀਆਂ ਨਾਲ ਵਿਆਹ ਕਰ ਲੈਂਦੀਆਂ ਨੇ, ਛੇਤੀ ਕੀਤਿਆਂ ਛੱਡ ਕੇ ਨਹੀਂ ਜਾਂਦੇ।
ਸੋਚਿਆ ਵਿਆਹ ਤਾਂ ਹਿੰਦੁਸਤਾਨੀ ਨਾਲ ਹੀ ਕਰਾਂਗੀ ਅਤੇ ਫਰੈਂਡਸ ਅੰਗਰੇਜ਼ ਠੀਕ ਹੈ, ਪਰ ਨਾਲ ਸਾਰੀ ਗੱਲ ਖੋਲ੍ਹ ਲਵਾਂਗੀ ਵੀ ਭਾਈ ਬੰਦਾ ਜੇ ਮਨਜ਼ੂਰ ਹੈ ਤਾਂ ਵਿਆਹ ਕਰ। ਸੀਤਾ ਸਵਿਤਰੀ ਤਾਂ ਮੈਂ ਹੈ ਨਹੀਂ, ਅਤੇ ਨਾ ਹੀ ਸੀਤਾ ਸਵਿਤਰੀ ਬਣਨ ਦਾ ਮੇਰਾ ਕੋਈ ਇਰਾਦਾ ਹੈ। ਬਈ ਲਾਈਫ ਇੰਜੋਏ ਕਰੋ। ਇੱਧਰ ਹੀ ਜੰਮਿਆ ਪਲਿਆ ਕੋਈ ਹਿੰਦੁਸਤਾਨੀ ਮੁੰਡਾ ਜ਼ਿਆਦਾ ਠੀਕ ਰਹੇਗਾ। ਮੈਂ ਕਿਹਾ ਇੱਧਰ ਰਹਿੰਦੇ ਵੀ ਹਰਾਮੀ ਵਿੱਚੋਂ ਉਹੋ ਜਿਹੇ ਹੁੰਦੇ ਨੇ। ਸਾਡੇ ਗੁਆਂਢ 'ਚ ਇੱਕ ਸਰਦਾਰ ਰਹਿੰਦਾ, ਉਹਦੀ ਲੜਕੀ ਮੇਰੇ ਨਾਲ ਕਾਲਜ 'ਚ ਪੜ੍ਹਦੀ ਹੈ। ਇੱਕ ਦਿਨ ਮੈਂ ਉਹਨੂੰ ਮਿਲਣ ਚਲੀ ਗਈ। ਆਪਣੀ ਧੀ ਨੂੰ ਖਿਜਿਆ ਵੀ ਇਹਨਾਂ ਕੁੜੀਆਂ ਨਾਲ ਨਾ ਮਿਲਿਆ ਜੁਲਿਆ ਕਰ। ਪਰ ਇੱਕ ਦਿਨ ਬਾਜ਼ਾਰ 'ਚ ਮਿਲਿਆ ਅਤੇ ਅੱਖ ਮਾਰ ਕੇ ਆਖਣ ਲੱਗਿਆ ਪਲੇ ਵੇਖਣ ਚੱਲੀਏ ਕੋਈ। ਮੈਂ ਕਿਹਾ ਅੰਕਲ ਮੈਨੂੰ ਤਾਂ ਕੰਮ ਹੈ। ਵਿੱਚੋਂ ਜੀ ਕੀਤਾ ਸਾਲੇ ਦੇ ਜੁੱਤੀ ਮਾਰਾਂ ਸਿਰ ਚਲਾ ਕੇ ਵੀ ਆਪਣੀ ਧੀ ਨੂੰ ਤਾਂ ਆਖਦਾ ਸੀ ਇਹਨਾਂ ਕੁੜੀਆਂ ਨਾਲ ਨਾ ਮਿਲਿਆ ਗਿਲਿਆ ਕਰ। ਮੈਂ ਪਰੇਸ਼ਾਨ ਜੀ ਹੋ ਕੇ ਉਹਦੀਆਂ ਗੱਲਾਂ ਸੁਣਦੀ ਰਹੀ। ਤੁਸੀਂ ਸ਼ਰਨ ਹੋਰਾਂ ਦੇ ਰਿਸ਼ਤੇਦਾਰ ਹੋ? ਨੇ ਅਚਾਨਕ ਪੁੱਛਿਆ। ਹਾਂ, ਅਤੇ ਹਰਚੰਦ ਹੋਰਾਂ ਦੀ ਵੀ। ਹਰਚੰਦ ਬੰਦਾ ਰੌਣਕੀ ਹੈ। ਪਹਿਲੇ ਪਹਿਲ ਸਾਡੇ ਘਰ ਆਇਆ ਤਾਂ ਮੈਂ ਸਿਸਟਰ ਨੂੰ ਆਖਿਆ ਫਸਾ ਲੈ ਜੇ ਫਸਾ ਹੁੰਦਾ। ਇੱਕ ਦੋ ਵਾਰੀ ਉਹ ਸਾਨੂੰ ਘੁਮਾਉਣ ਵੀ ਲੈ ਗਿਆ ਸੀ। ਬੜੇ ਵਧੀਆ ਹੋਟਲਾਂ 'ਚ ਰੋਟੀ ਖਵਾਈ, ਪਰ ਪਿੱਛੋਂ ਪਤਾ ਲੱਗਿਆ ਸਾਲਾ ਵਿਆਹਿਆ ਹੋਇਆ, ਬੱਚੇ ਵੀ ਨੇ, ਅਤੇ ਉਹਦੀ ਵਹੁਟੀ ਵੀ ਚੰਗੀ ਹੈ। ਹਿੰਦੁਸਤਾਨਣ ਤਾਂ ਲੱਗਦੀ ਹੀ ਨਹੀਂ, ਤਾਂ ਹੀ ਗੁਜ਼ਾਰਾ ਹੋਈ ਜਾਂਦਾ। ਨਹੀਂ ਹਰਚੰਦ ਵਰਗੇ ਦੇ ਤਾਂ 20 ਗੋਰੀਆਂ ਆਥਣ ਨੂੰ ਮਗਰ ਲੱਗਣ। ਸ਼ੀਲਾ ਮੈਨੂੰ ਦੱਸ ਰਹੀ ਸੀ। ਅਤੇ ਤੁਹਾਡੇ ਹਸਬੈਂਡ ਨਾਲ ਨਹੀਂ ਆਈ? ਅਚਾਨਕ ਉਹਨੇ ਮੈਨੂੰ ਪੁੱਛਿਆ। ਆਉਣਾ ਤਾਂ ਸੀ ਪਰ ਆਏ ਨਹੀਂ, ਅਤੇ ਉਹਨਾਂ ਨੂੰ ਅਗਲੇ ਸਾਲ ਭੇਜ ਦਿਓ। ਸੈਰ ਆਉਣਾ ਹੋਵੇ ਤਾਂ ਆਉਣਾ ਹੀ ਇਕੱਲੇ ਚਾਹੀਦਾ, ਤਾਂ ਹੀ ਇੰਜੋਏ ਕਰ ਸਕਦੇ ਹੋ। ਨਾਲੇ ਇੱਕ ਬੰਦੇ ਨਾਲ ਰਹਿੰਦੇ ਤੁਸੀਂ ਬੋਰ ਵੀ ਤਾਂ ਹੋ ਜਾਂਦੇ ਹੋ। ਐਸੀ ਗੱਲ ਨਹੀਂ, ਮੈਂ ਕਿਹਾ ਐਸੀ ਗੱਲ ਹੋਵੇ ਵੀ ਤੁਸੀਂ ਮੰਨੋਗੇ ਥੋੜ੍ਹੇ। ਇੰਡੀਅਨ ਔਰਤਾਂ 'ਚ ਸੱਚ ਬੋਲਣ ਦੀ ਜੁਰਤ ਹੀ ਨਹੀਂ ਹੁੰਦੀ। ਦਿਲ 'ਚ ਭਾਵੇਂ ਗਾਲਾਂ ਕੱਢੀ ਜਾਣ, ਉੱਤੋਂ ਜੀ ਕਰੀ ਜਾਣਗੀਆਂ। ਮੈਨੂੰ ਖਿਝ ਜੀ ਆਈ ਉਹਦੀਆਂ ਗੱਲਾਂ 'ਤੇ। ਉਹ ਸ਼ਾਇਦ ਸਮਝ ਗਈ। ਬੋਲੀ ਮੈਂ ਤਾਂ ਆਮ ਹਿੰਦੁਸਤਾਨੀ ਔਰਤਾਂ ਦੀ ਗੱਲ ਕਰਦੀ ਹਾਂ, ਤੁਸੀਂ ਸ਼ਾਇਦ ਇਉਂ ਨਾ ਕਰਦੇ ਹੋਵੋ। ਅੱਛਾ, ਹਸਪਤਾਲ ਆਉਣ ਵਾਲਾ, ਫਿਰ ਇੰਡੀਆ ਮਿਲਾਂਗੇ ਕਦੇ ਆਏ ਤਾਂ। ਆਖੋ ਮੋੜ ਕੱਟਦੀ ਕਾਰ ਧਿਆਨ ਨਾਲ ਚਲਾਉਣ ਲੱਗੀ। ਤੂੰ ਨਾ ਤਾਂ ਆਪਣਾ ਦੇਸੀ ਰੱਖ ਛੱਡਿਆ, ਉਂਝ ਤਾਂ ਪੂਰੀ ਵਿਲਾਇਤੀ ਹੈ। ਮੈਂ ਹੱਸ ਕੇ ਪੁੱਛਿਆ। ਨਹੀਂ, ਨਾ ਤਾਂ ਮੇਰਾ ਸ਼ਰਲੀਸ ਹੈ, ਮਾਂ ਨੇ ਸ਼ੀਲਾ ਬਣਾਤਾ। ਮੈਂ ਉਸ ਵੱਲ ਧਿਆਨ ਨਾਲ ਦੇਖਿਆ ਅਤੇ ਫਿਰ ਮੈਂ ਉਸ ਵੱਲ ਅਤੇ ਉਹ ਤੋਂ ਪਾਰ ਦੇਖਦੀ ਜਿਵੇਂ ਉਲਝ ਜੀ ਗਈ। ਧੰਨਵਾਦ।